ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਦੇ ਵਿੱਚ, ਜਿੱਥੇ ਤੁਹਾਨੂੰ ਮਿਲਣਗੇ ਇਮੀਗ੍ਰੇਸ਼ਨ ਦੇ ਸੰਬੰਧੀ ਸਾਰੇ ਸਵਾਲਾਂ ਦੇ ਜਵਾਬ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਹੁੰਚੇ ਹੋਏ ਨੇ ਹੈਰੀ ਇਮੀਗ੍ਰੇਸ਼ਨ ਤੋਂ ਮਿਸਟਰ ਹੈਰੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਅਪਡੇਟਸ ਨੂੰ ਕਿ ਕੀ ਕੁਝ ਹੋ ਰਿਹਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਅੰਦਰ। ਹੈਰੀ, ਵੈਲਕਮ। ਥੈਂਕ ਯੂ ਅਰਸ਼ੀ, ਤੁਹਾਡਾ ਤੇ ਸਾਂਝਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਵੈਲਕਮ ਬੈਕ। ਤੁਸੀਂ ਟਾਈਮ ਟੂ ਟਾਈਮ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਹੋ, ਆਉਂਦੇ ਰਹਿੰਦੇ ਹੋ ਸਟੂਡੀਓ ਦੇ ਵਿੱਚ ਤੇ ਸਾਨੂੰ ਦੱਸਦੇ ਰਹਿੰਦੇ ਹੋ ਕਿ ਕੀ ਕੁਝ ਚੇਂਜਸ ਆਈਆਂ ਹੈਗੀਆਂ ਨੇ। ਹੁਣ ਡਿਊ ਟੂ ਇਸ ਪੈਂਡੈਮਿਕ ਬਹੁਤ ਸਾਰੀਆਂ ਚੇਂਜਸ ਨੇ। ਹੁਣ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਰੀਸੈਂਟ ਅਪਡੇਟਸ ਜਿਹੜੀਆਂ ਨੇ, ਚੇਂਜਸ ਕਿਹੜੀਆਂ ਆਈਆਂ ਹੋਈਆਂ ਨੇ? ਡਿਊ ਟੂ ਪੈਂਡੈਮਿਕ ਜੀ ਕਾਫੀ ਜਿਹੜੀਆਂ ਹੁਣ ਅਪਡੇਟਸ ਆ ਰਹੀਆਂ ਨੇਗੀਆਂ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਬਾਇਓਮੈਟ੍ਰਿਕਸ ਤੋਂ ਜੀ, ਜਿਹੜੇ ਕਿ ਹੁਣੀ ਰੀਸੈਂਟ ਅਪਡੇਟ ਆਇਆ ਸੀਗਾ ਕਿ ਜਿਹੜੇ ਬਾਇਓਮੈਟ੍ਰਿਕਸ ਇਨ ਕੈਨੇਡਾ ਐਪਲੀਕੇਸ਼ਨ ਜਿਹੜੀਆਂ ਲੱਗੀਆਂ ਨੇਗੀਆਂ, ਕਿਸੇ ਨੇ ਨਿਊ ਐਪਲੀਕੇਸ਼ਨ ਸਬਮਿਟ ਕੀਤੀ ਆ, ਕਿਸੇ ਨੇ ਰੀਸਟੋਰ ਕੀਤੀ ਆ, ਜਾਂ ਕਿਸੇ ਨੇ ਐਪਲੀਕੇਸ਼ਨ ਆਪਣੀ ਐਕਸਟੈਂਸ਼ਨ ਲਈ ਪਾਈ ਆ, ਵਰਕ ਪਰਮਿਟ ਜਾਂ ਵਿਜ਼ਟਰ ਦੀ ਪਾਈ ਆ, ਸਟੱਡੀ ਦੀ ਪਾਈ ਆ, ਉਹਨਾਂ ਨੂੰ ਪਹਿਲਾਂ ਹੁੰਦਾ ਸੀ ਕਿ ਬਾਇਓਮੈਟ੍ਰਿਕ ਰਿਕੁਆਇਰਡ ਹੁੰਦਾ ਸੀ ਵਿਦਿਨ ਕੈਨੇਡਾ। ਉਹ ਹੁਣ ਇਹਨਾਂ ਨੇ ਐਗਜ਼ੈਂਪਟ ਕਰਤਾ ਕਿ ਜਿਹੜੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਆਲਰੇਡੀ, ਉਹਨਾਂ ਨੂੰ ਇਹ ਬਿਨਾਂ ਬਾਇਓਮੈਟ੍ਰਿਕਸ ਤੋਂ ਪ੍ਰੋਸੈਸ ਕਰਨ ਲੱਗ ਗਏ ਨੇ, ਸਟਾਰਟ ਹੋ ਗਈਆਂ ਨੇ। ਤੇ ਜਿਨ੍ਹਾਂ ਨੇ ਅੱਗੇ ਸਬਮਿਟ ਕਰਨੀਆਂ ਨੇ ਜੀ, ਉਹਨਾਂ ਨੂੰ ਬਾਇਓਮੈਟ੍ਰਿਕਸ ਦੀ ਰਿਕੁਆਇਰਮੈਂਟ ਨਹੀਂ ਹੈਗੀ। ਈਵਨ ਜਦੋਂ ਆਪਾਂ ਫਾਈਲ ਸਬਮਿਟ ਕਰਦੇ ਹਾਂ, ਉਹਦਾ ਇੱਕ ਬਾਇਓਮੈਟ੍ਰਿਕ ਦੀ ਫੀਸ ਮੰਗਦੇ $85। ਉਹ ਵੀ CIC ਕਹਿੰਦਾ ਕਿ ਤੁਸੀਂ ਪੇ ਨਾ ਕਰੋ, ਪਰ ਜੇ ਪੇ ਕਰਨ ਦੀ ਉਹ ਤੋਂ ਬਿਨਾਂ ਪੇ ਕੀਤੇ ਐਪਲੀਕੇਸ਼ਨ ਨਹੀਂ ਲੱਗਦੀ। ਲੈਟਸ ਸਪੋਜ਼ ਕਿ ਉਹ ਕਹਿੰਦਾ ਕਿ ਤੁਸੀਂ ਪੇ ਕਰਨੀ ਹੈ ਫੀ। ਤਾਂ ਜਦੋਂ ਤੁਸੀਂ ਉਹ ਫੀ ਪੇ ਕਰਨੀ ਹੈ, ਜਦੋਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਗਈ ਤਾਂ ਤੁਹਾਨੂੰ $85 ਉਹ ਰੀਫੰਡ ਹੋ ਜਾਣਗੇ। ਤੁਸੀਂ ਇੱਕ ਵਾਰੀ ਪੇ ਕਰਤੇ, ਜਦੋਂ ਫਾਈਲ ਤੁਹਾਡੀ ਹੋ ਗਈ, ਉਹ ਤੋਂ ਬਾਅਦ ਤੁਹਾਨੂੰ ਰੀਫੰਡ ਹੋ ਜਾਣਗੇ। ਸੋ ਇੱਕ ਤਾਂ ਬਾਇਓਮੈਟ੍ਰਿਕ ਦੇ ਰਿਗਾਰਡਿੰਗ ਆਈ ਹੈ ਕਿ ਤੁਹਾਨੂੰ ਬਾਇਓਮੈਟ੍ਰਿਕ ਨਹੀਂ ਹੁਣ ਵਿਦਿਨ ਕੈਨੇਡਾ ਬਿਨਾਂ ਬਾਇਓਮੈਟ੍ਰਿਕ ਤੋਂ ਪ੍ਰੋਸੈਸ ਹੋ ਰਹੀਆਂ ਐਪਲੀਕੇਸ਼ਨਸ। ਤੇ ਦੂਜਾ ਜਿਹੜਾ ਆਪਣਾ ਆਇਆ ਜੀ ਰਿਸਟੋਰੇਸ਼ਨ ਦੇ ਰਿਗਾਰਡਿੰਗ ਆਇਆ ਆਪਣੇ ਕੋਲ ਇੱਕ ਅਪਡੇਟ। ਉਹਦੇ ਵਿੱਚ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀਗਾ, ਤੁਹਾਡੀ ਕੋਈ ਵੀ ਅਗਰ ਤੁਸੀਂ ਆਊਟ ਆਫ ਸਟੇਟਸ ਚਲੇ ਜਾਂਦੇ ਹੋ ਤਾਂ ਤੁਹਾਨੂੰ ਉਦੋਂ 90 ਦਿਨ ਦਿੰਦੇ ਸੀਗੇ। 90 ਦਿਨ ਦੇ ਅੰਦਰ ਤੁਸੀਂ ਆਪਣਾ ਜਿਹੜਾ ਸਟੇਟਸ ਆ ਉਹ ਤੁਸੀਂ ਰੀਸਟੋਰ ਕਰਾਉਣਾ ਹੁੰਦਾ ਸੀਗਾ। ਤੇ ਹੁਣ CIC ਨੇ ਡਿਊ ਟੂ ਪੈਂਡੈਮਿਕ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਸਟੇਟਸ 30 ਜਨਵਰੀ ਤੋਂ ਬਾਅਦ ਐਕਸਪਾਇਰ ਹੋਏ ਨੇਗੇ, ਉਹਨਾਂ ਕੋਲੇ 31 ਦਸੰਬਰ ਤੱਕ ਟਾਈਮ ਹੈਗਾ ਕਿ ਆਪਣੇ ਜਿਹੜੇ ਸਟੇਟਸ ਨੇਗੇ ਉਹ ਤੁਸੀਂ ਰੀਸਟੋਰ ਕਰਾ ਸਕਦੇ ਹੋ। ਇਹ ਇੱਕ ਬੜੀ ਵਧੀਆ ਆਪਸ਼ਨ ਆਈ ਹੈ। ਜਿਨ੍ਹਾਂ ਦੇ ਜਿਹੜੇ ਆਊਟ ਆਫ ਸਟੇਟਸ ਹੋ ਗਏ ਸੀ ਤਾਂ ਉਹ ਆਪਣੇ 31 ਦਸੰਬਰ ਤੱਕ ਆਪਣੇ ਜਿਹੜੇ ਸਟੇਟਸ ਨੇ ਉਹ ਰੀਸਟੋਰ ਕਰਾ ਸਕਦੇ ਨੇ। ਤੇ ਇੱਕ ਹੋਰ ਜਿਹੜਾ ਅਪਡੇਟ ਆਇਆ ਜੀ 1 ਜੁਲਾਈ ਤੋਂ, ਜਿਹੜਾ IRCC ਨੇ ਆਨਲਾਈਨ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ, ਚਾਹੇ ਉਹ ਵਰਕ ਪਰਮਿਟ ਦੀ ਆ, ਚਾਹੇ PR ਦੀ ਆ, ਚਾਹੇ ਵਿਜ਼ਟਰ ਦੀ ਆ, ਸਾਰੀਆਂ ਇਹਨਾਂ ਨੇ 1 ਜੁਲਾਈ ਤੋਂ ਉਹ ਵੀ ਆਪਣੀਆਂ ਫਾਈਲਾਂ ਲੈਣੀਆਂ ਸਟਾਰਟ ਕਰਤੀਆਂ। ਤੇ ਇੱਕ ਜੋ ਲਾਸਟ ਐਕਸਪ੍ਰੈਸ ਐਂਟਰੀ ਦਾ ਡਰਾ ਵੀ ਜਿਹੜਾ ਸੀਗਾ ਜੀ, ਉਹ 478 ਤੇ ਗਿਆ। ਪਹਿਲਾਂ ਕੀ ਜਿਹੜੇ ਉਹ ਤੋਂ ਪਿਛਲੇ ਡਰਾ ਸੀਗੇ ਉਹ ਸੀਗੇ ਸਾਰੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ ਸੀ, ਜਿਹੜਾ ਕਿ ਡਰਾ ਸਕੋਰ ਲਾਸਟ 431 ਤੱਕ ਚਲੇ ਗਿਆ ਸੀ। ਤਾਂ ਸਾਨੂੰ ਐਕਸਪੈਕਟ ਸੀਗਾ ਕਿ ਇਹ ਤੋਂ ਵੀ ਥੱਲੇ ਜਾਊ, ਕਿਉਂਕਿ ਸਾਡੀ ਕਈ ਫਾਈਲਾਂ ਜਿਹੜੀਆਂ 420 ਤੇ 425 ਤੇ ਵੀ ਲੱਗੀਆਂ ਹੋਈਆਂ ਸੀਗੀਆਂ। ਤਾਂ ਉਹ ਸੀਗਾ ਐਕਸਪੈਕਟਡ ਕਿ ਹੱਲੇ ਨਹੀਂ ਕਰਨਗੇ, ਬਟ ਆਲ ਸਡਨ ਇਹ ਡਰਾ, ਕਿਉਂਕਿ ਇਹਨਾਂ ਨੇ ਬਾਹਰਲੀ ਆਊਟਸਾਈਡ ਕੈਨੇਡਾ ਦੀ ਐਪਲੀਕੇਸ਼ਨਾਂ ਲੈਣੀਆਂ ਬੰਦ ਕੀਤੀਆਂ ਸੀਗੀਆਂ, ਹੁਣ ਇਹਨਾਂ ਨੇ ਓਪਨ ਕਰ ਦਿੱਤੀਆਂ। ਤੇ ਆਨਲਾਈਨ ਜਿਹੜੀਆਂ ਹੁਣ ਆਊਟਸਾਈਡ ਕੈਨੇਡਾ ਦੀ ਐਪਲੀਕੇਸ਼ਨਸ ਨੇ ਉਹ ਸਾਰੀਆਂ ਪ੍ਰੋਸੈਸ ਹੋ ਰਹੀਆਂ ਨੇ PR ਦੀਆਂ। ਤੇ ਹੁਣ ਜਿਹੜਾ ਲਾਸਟ ਡਰਾ ਸੀਗਾ ਉਹ 478 ਤੇ ਚਲੇ ਗਿਆ ਸੀ। ਇੱਕ ਤਾਂ ਇਹ ਅਪਡੇਟ ਆਇਆ ਜੀ। ਤੇ ਇੱਕ ਜਿਹੜਾ ਅਪਡੇਟ ਆਇਆ ਜੀ ਇੰਟਰਨੈਸ਼ਨਲ ਸਟੂਡੈਂਟ ਦੇ ਰਿਗਾਰਡਿੰਗ, ਉਹ ਹੈਗਾ ਕਿ ਹੁਣ ਇਹਨਾਂ ਨੇ ਜਿਹੜਾ ਸਟੱਡੀ ਪਰਮਿਟ ਆ ਉਹ ਉਹਨਾਂ ਨੇ 2 ਸਟੈਪ ਪ੍ਰੋਸੈਸ ਇਹਨਾਂ ਨੇ ਸਟਾਰਟ ਕਰਤਾ। ਉਹਦੇ ਵਿੱਚ ਕੀ ਹੈ ਕਿ ਤੁਸੀਂ ਪਹਿਲਾਂ ਆਪਣੇ ਐਪਲੀਕੇਸ਼ਨ ਤੁਸੀਂ ਸਬਮਿਟ ਕਰੋ ਜੀ, ਉਹਦੇ ਨਾਲ ਤੁਸੀਂ ਕਾਲਜ ਦੀ ਲੈਟਰ ਆਫ ਅਸੈਪਟੈਂਸ, ਤੁਸੀਂ ਪ੍ਰੂਫ ਆਫ ਫੰਡ ਲਾ ਕੇ ਤੁਸੀਂ ਸਬਮਿਟ ਕਰ ਦਿਓ ਆਪਣੀ ਫਾਈਲ ਨੂੰ। ਤੇ ਜਦੋਂ ਉਹ ਫਾਈਲ ਤੁਹਾਡੀ ਚਲੇਗੀ, ਤੁਹਾਨੂੰ ਉਹਨਾਂ ਨੇ ਪ੍ਰੀ ਅਪਰੂਵਲ ਦੇਤੀ, ਉਹ ਤੋਂ ਬਾਅਦ ਤੁਹਾਡੀ ਆਪਣਾ ਤੁਸੀਂ ਆਨਲਾਈਨ ਸਟੱਡੀ ਸਟਾਰਟ ਕਰ ਸਕਦੇ, ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਤੇ ਜਦੋਂ ਉਹ ਤੋਂ ਬਾਅਦ ਤੁਹਾਡੀ ਸੈਕਿੰਡ ਸਟੈਪ ਹੈਗਾ ਐਡਮਿਸਿਬਿਲਿਟੀ ਦਾ, ਤੁਹਾਡਾ ਚੈੱਕ ਕਰਨਾ, ਤੁਹਾਡਾ ਮੈਡੀਕਲ ਹੋ ਗਿਆ, ਤੁਹਾਡੇ ਬਾਇਓਮੈਟ੍ਰਿਕਸ ਹੋ ਗਏ, ਰਾਈਟ, ਤੁਹਾਡੀ PCC ਹੋ ਗਈ, ਉਹ ਸਾਰਾ ਕੁਝ ਉਹ ਤੋਂ ਬਾਅਦ ਹੋਊਗਾ। ਫਿਰ ਉਹਨਾਂ ਟਾਈਮ ਜਿੰਨਾ ਕਿ ਤੁਹਾਡਾ ਸੈਕਿੰਡ ਪ੍ਰੋਸੈਸ ਨੇ ਤੁਸੀਂ ਆਨਲਾਈਨ ਕਲਾਸਾਂ ਆਪਣੀਆਂ ਸਟਾਰਟ ਕਰ ਸਕਦੇ ਹੋ। ਇਹ ਇੱਕ ਨਵਾਂ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਅਪਡੇਟ ਆਇਆ ਜੀ। ਇਹ ਜਿਹੜੇ ਕੁਝ ਅਪਡੇਟ ਸੀਗੇ IRCC ਵੱਲੋਂ। ਬਿਲਕੁਲ, IRCC ਦੇ ਵੱਲੋਂ ਟਾਈਮ ਟੂ ਟਾਈਮ ਅਪਡੇਟ ਜਿਹੜੇ ਕੀਤੇ ਜਾ ਰਹੇ ਹੈਗੇ ਆ। ਤੇ ਉਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ, ਜਿਵੇਂ ਤੁਸੀਂ ਦੱਸਿਆ ਹੈਗਾ, ਉਹਨਾਂ ਦਾ ਸਭ ਤੋਂ ਜ਼ਿਆਦਾ ਜਿਹੜੇ ਕੁਐਸਚਨ ਹੈਗੇ ਆ ਉਹ ਸਾਹਮਣੇ ਆਉਂਦੇ ਨੇ ਉਹਨਾਂ ਦੇ ਵੱਲੋਂ, ਖਾਸ ਕਰਕੇ ਉਹ ਜਿਹੜੇ ਇੰਡੀਆ ਦੇ ਵਿੱਚ ਬੈਠੇ ਹੋਏ ਨੇ। ਉਹਨਾਂ ਨੂੰ ਇਹ ਹੈ ਕਿ ਸਾਡੀ ਹੁਣ ਕਲਾਸਿਸ ਜਿਹੜੀਆਂ ਨੇ ਆਨਲਾਈਨ ਚਾਹੇ ਉਹਨਾਂ ਨੇ ਸਟਾਰਟ ਕਰ ਦਿੱਤੀਆਂ ਨੇ। ਕਈ ਸਟੂਡੈਂਟ ਉਹਨਾਂ ਦੇ ਵਿੱਚੋਂ ਇਹ ਨੇ ਜਿਨ੍ਹਾਂ ਨੇ ਡੈਫਰ ਕਰਵਾ ਲਏ ਹੈਗੇ ਆ, ਜਿਨ੍ਹਾਂ ਦਾ ਸੈਸ਼ਨ ਜਿਹੜਾ ਮਈ 'ਚ ਸਟਾਰਟ ਹੋਣਾ ਸੀ ਉਹ ਹੁਣ ਸੈਪਟੈਂਬਰ ਦੇ ਵਿੱਚ ਸਟਾਰਟ ਉਹਨਾਂ ਨੇ ਲੈ ਲਿਆ ਹੈਗਾ। ਪਰ ਹੁਣ ਅਸੀਂ ਜਿਵੇਂ ਦੇਖ ਰਹੇ ਹੈਗੇ ਸੈਪਟੈਂਬਰ ਵੀ ਆ ਗਿਆ ਹੈਗਾ ਆ, ਹੁਣ ਕਿੰਨਾ ਕੁ ਟਾਈਮ ਉਹ ਡੈਫਰ ਕਰਵਾ ਸਕਦੇ ਆ ਪਹਿਲਾਂ ਤਾਂ?
ਦੇਖੋ ਜੀ, ਅੱਗੇ ਡੈਫਰ ਕਿਹੜਾ ਕਰਦੇ ਨੇਗੇ ਇਹਦਾ ਕਾਲਜ ਤੇ ਡਿਪੈਂਡ ਕਰਦਾ ਕਿ ਉਹ ਡੈਫਰ ਕਰਦਾ ਹੈ ਕਿ ਨਹੀਂ। ਅਗਰ ਡੈਫਰ ਕਰਦਾ ਤੁਹਾਨੂੰ ਫਿਰ ICCRC ਨੂੰ ਅਪਡੇਟ ਕਰਨਾ ਪੈਂਦਾ ਕਿ ਮੇਰਾ ਜਿਹੜਾ ਕੋਰਸ ਅੱਗੇ ਡੈਫਰ ਹੋ ਗਿਆ। ਤੇ ਆਲਰੇਡੀ ਜੇ ਤੁਹਾਡੇ ਕੋਲ ਸਟੱਡੀ ਪਰਮਿਟ ਹੈਗਾ ਵਾ, ਤੁਸੀਂ ਆਨਲਾਈਨ ਕਲਾਸਾਂ ਸਟਾਰਟ ਕਰ ਸਕਦੇ ਹੋ। ਈਵਨ ਤੁਹਾਨੂੰ ਇਹ ਹੈ ਕਿ ਜੇ ਤੁਸੀਂ, ਆਪਾਂ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਕਵਰ ਕੀਤਾ ਸੀ ਕਿ ਜੇ ਤੁਸੀਂ ਹਾਫ ਆਫ ਦਾ ਕੋਰਸ ਆ ਜਿਹੜਾ ਤੁਸੀਂ ਆਨਲਾਈਨ ਕਰਦੇ ਹੋ ਤੇ ਉਹ ਤੋਂ ਬਾਅਦ ਜਿਹੜਾ ਤੁਹਾਡਾ ਹਾਫ ਆਫ ਦਾ ਕੋਰਸ ਤੁਸੀਂ ਇੱਥੇ ਆ ਕੇ ਕੰਪਲੀਟ ਕਰਦੇ ਹੋ, ਤਾਂ ਵੀ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਣਾ ਹੀ ਮਿਲਣਾ ਵਾ ਜੀ। ਜਿੰਨੇ ਵੀ ਤੁਹਾਡੇ ਟਾਈਮ ਦੀ ਡਿਊਰੇਸ਼ਨ ਹੈਗੀ, ਜੇ 2 ਸਾਲ ਦਾ ਕੋਰਸ ਹੈ ਤਾਂ 3 ਸਾਲ ਦਾ ਵਰਕ ਪਰਮਿਟ ਮਿਲੂਗਾ ਹੀ ਮਿਲੂਗਾ। ਤਾਂ ਉਹਦੇ ਨਾਲ ਤੁਹਾਨੂੰ ਸਟੂਡੈਂਟ ਨੂੰ ਐਡਵਾਂਟੇਜ ਵੀ ਹੈਗੀ ਹੈ ਕਿ ਇੱਕ ਤੁਸੀਂ ਆਪਣੇ ਹੋਮ ਕੰਟਰੀ ਦੇ ਵਿੱਚ ਬੈਠੇ ਹੋ, ਤੁਹਾਡਾ ਕੋਈ ਖਰਚਾ ਨਹੀਂ ਹੈਗਾ, ਠੀਕ ਹੈ ਜੀ, ਤੇ ਤੁਹਾਡਾ ਕੋਰਸ ਵੀ ਹੋਈ ਯਾਰ 1 ਸਾਲ ਦਾ ਹੋ ਗਿਆ। 1 ਸਾਲ ਦਾ ਤੁਸੀਂ ਇੱਥੇ ਆ ਕੇ ਕਰ ਲਓ ਤੇ ਉਸ ਤੋਂ ਬਾਅਦ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜੂਗਾ। ਦੈਨ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਕੈਨੇਡੀਅਨ ਐਕਸਪੀਰੀਅੰਸ ਕਲਾਸ 'ਚ ਜਾਂ ਕੈਨੇਡੀਅਨ ਆਪਣੇ ਫੈਡਰਲ ਸਕਿਲਡ ਵਰਕਰ ਦੇ ਵਿੱਚ ਜਾਂ ਟ੍ਰੇਡ ਦੇ ਵਿੱਚ ਤੁਸੀਂ ਐਲੀਜੀਬਲ ਹੋ ਜਾਂਦੇ, ਤੁਸੀਂ PR ਦੀ ਫਾਈਲ ਲਾ ਦਿਓ ਤੋਂ ਬਾਅਦ। ਸੋ ਇਹ ਕਹਿ ਸਕਦੇ ਹਾਂ ਕਿ ਕੋਈ ਹਾਰਮ ਨਹੀਂ ਹੈਗਾ ਜੇ ਤੁਸੀਂ ਇੰਡੀਆ ਦੇ ਵਿੱਚ ਬੈਠ ਕੇ ਕਲਾਸ ਲਗਾ ਰਹੇ ਹੈਗੇ, ਕਿਉਂਕਿ ਸਭ ਤੋਂ ਵੱਡੀ ਕੰਪਲੇਂਟ ਇਹ ਹੈਗੀ ਕਿ ਟੈਕਨੀਕਲ ਇਸ਼ੂਜ਼ ਆ ਰਹੇ ਆ ਉਹਨਾਂ ਨੂੰ, ਕੀ ਕਹਿ ਰਹੇ ਆ ਕਿ ਉੱਥੇ ਇੰਨਾ ਫਾਸਟ ਇੰਟਰਨੈਟ ਨਹੀਂ ਹੈਗਾ ਕਿਉਂਕਿ ਆਨਲਾਈਨ ਕਲਾਸਿਸ ਹੈਗੀਆਂ ਨੇ। ਸੋ ਇਹ ਜਿਹੜਾ ਡਰ ਬੈਠਾ ਹੋਇਆ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਕੋਲ ਸਟੱਡੀ ਪਰਮਿਟ ਤਾਂ ਹੈਗਾ ਆ, ਉਹ ਉਹਨਾਂ ਨੇ ਫਲਾਈਟ ਵੀ ਆਪਣੀਆਂ ਬੁੱਕ ਕਰਵਾਈਆਂ ਹੋਈਆਂ ਸੀਗੀਆਂ, ਪਰ ਜਦੋਂ ਤੋਂ ਬੈਨ ਲੱਗਿਆ, ਟਰੈਵਲ ਬੈਨ ਲੱਗਿਆ, ਉਸ ਤੋਂ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਫਲਾਈਟਸ ਸੀ ਉਹ ਕੈਂਸਲ ਹੋ ਗਈਆਂ ਸੀ। ਤੇ ਉਸ ਤੋਂ ਬਾਅਦ ਹੁਣ ਇੱਕ ਇਹ ਆ ਕਿ ਡੇ ਨਾਈਟ ਦਾ ਫਰਕ ਹੋਣ ਕਰਕੇ ਵੀ ਉੱਥੇ ਬੱਚੇ ਜਿਹੜੇ ਹੈਗੇ ਨੇ ਉਹ ਨਹੀਂ ਲਗਾ ਰਹੇ ਹੈਗੇ ਕਲਾਸ। ਹੁਣ ਇਹ ਤਾਂ ਹੋ ਗਿਆ ਕਿ ਉਹਨਾਂ ਨੂੰ ਲਗਾ ਲੈਣੀ ਚਾਹੀਦੀ ਹੈ ਕਲਾਸ, ਤੇ ਉਹਨਾਂ ਕੋਲ ਸਟੱਡੀ ਪਰਮਿਟ ਹੈਗਾ ਹੈ ਤਾਂ ਜੇ ਉਹਨਾਂ ਕੋਲ ਫਿਜ਼ੀਬਲ ਹੈਗੀ ਹੈ ਜੀ, ਜੇ ਕਾਲਜ ਤੁਹਾਨੂੰ ਅਲਾਉ ਕਰਦਾ ਰਾਈਟ, ਤੁਸੀਂ ਆਨਲਾਈਨ ਕਲਾਸ ਲਾ ਲਓ। ਤੇ ਜਿਨ੍ਹਾਂ ਨੇ ਰੀਸੈਂਟਲੀ ਆਇਲਸ ਕੀਤੀ ਸੀਗੀ ਉਹਨਾਂ ਨੇ, ਜਿੱਦਾਂ ਹੁਣ 1 ਸਾਲ ਜਾਂ 2 ਸਾਲ ਦਾ ਹੁੰਦਾ ਹੈ, ਜਾਂ ਜਿਨ੍ਹਾਂ ਦੀ ਆਇਲਸ ਜਿਹੜੀ ਸੀ ਉਹ ਐਕਸਪਾਇਰ ਹੋਣ ਵਾਲੀ ਹੈਗੀ ਹੈ, ਸੋ ਉਹਨਾਂ ਦੇ ਲਈ ਕੀ ਸਲਾਹ ਹੈਗੀ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਤੁਸੀਂ ਆਪਣੀ ਫਾਈਲ ਪੁੱਟ ਅਪ ਕਰੋ ਜੀ, ਜਿਵੇਂ ਆਪਾਂ 2 ਸਟੈਪ ਪ੍ਰੋਸੈਸ ਜਿਹੜਾ ਆਪਾਂ ਹੁਣੀ ਕਰਕੇ ਨਵਾਂ ਅਪਡੇਟ ਆਇਆ ਵਾ, ਤੁਸੀਂ ਆਪਣੀ ਫਾਈਲ ਸਬਮਿਟ ਕਰ ਦਿਓ। ਸਟੱਡੀ ਪਰਮਿਟ ਕੋਲ ਫਾਈਲਾਂ ਲੈਣੀਆਂ ਸਟਾਰਟ ਕਰਤੀਆਂ ਹੋਈਆਂ IRCC ਨੇ, ਤਾਂ ਤੁਸੀਂ ਆਪਣੀ ਫਾਈਲ ਸਬਮਿਟ ਕਰੋ। ਤੁਹਾਡਾ ਜੇ ਫਸਟ ਅਪਰੂਵਲ ਆਉਂਦੀ ਹੈ ਉਹ ਤੋਂ ਬਾਅਦ ਤੁਸੀਂ ਆਨਲਾਈਨ ਸਟਾਰਟ ਕਰ ਲਓ, ਸੈਕਿੰਡ ਅਪਰੂਵਲ ਤੋਂ ਬਾਅਦ ਕੈਨੇਡਾ ਆ ਜਾਓ। ਤੇ ਇੱਕ ਹੋਰ ਗੱਲ, ਤੇ ਜਿਨ੍ਹਾਂ ਦੀ ਹੁਣੇ ਹੀ 12th ਹੋਈ ਆ, ਜਿਨ੍ਹਾਂ ਦੇ ਹੁਣੇ ਹੀ ਐਗਜ਼ਾਮ ਦੇ ਰਿਜ਼ਲਟ ਆ ਰਹੇ ਹੈਗੇ ਆ, ਤਾਂ ਉਹਨਾਂ ਨੂੰ ਇਹ ਸੀ ਕਿ ਅਸੀਂ ਸਾਡੇ 12th ਹੋਊਗੀ ਤੇ ਅਸੀਂ ਨਾਲੋਂ ਨਾਲ ਆਇਲਸ ਕਰਾਂਗੇ ਤੇ ਨਾਲ ਨਾਲ ਅਸੀਂ ਚਲ ਜਾਵਾਂਗੇ ਕਿਸੇ ਵੀ ਕੰਟਰੀ ਦੇ ਵਿੱਚ। ਜਿਵੇਂ ਹੁਣ ਅਸੀਂ ਕੈਨੇਡਾ ਦੀ ਪਾਰਟਿਕੂਲਰ ਅੱਜ ਗੱਲ ਕਰ ਰਹੇ ਹੈਗੇ ਆ, ਤੇ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਉਮੀਦਾਂ ਇਹ ਸੀ ਕਿ ਸੈਪਟੈਂਬਰ ਬੈਚ ਦੇ ਵਿੱਚ ਅਸੀਂ ਆਪਣੀ ਪੜ੍ਹਾਈ ਸ਼ੁਰੂ ਕਰ ਲਵਾਂਗੇ, ਪਰ ਹੁਣ ਉੱਥੇ ਆਇਲਸ ਸੈਂਟਰ ਵੀ ਨਹੀਂ ਖੁੱਲੇ ਫਸਟ ਆਫ ਆਲ। ਫਿਰ ਹੁਣ ਆਇਲਸ ਜ਼ਰੂਰੀ ਹੈਗੀ ਹੈ। ਸੋ ਹੁਣ ਜਿਹੜੇ ਉੱਥੇ ਬੈਠੇ ਹੋਏ ਆ, ਰਿਜ਼ਲਟ ਆਏ ਹੋਏ ਆ ਹੱਥਾਂ ਦੇ ਵਿੱਚ, ਅੱਗੇ ਉਹ ਸਟੱਡੀ ਕਰਨਾ ਨਹੀਂ ਚਾਹੁੰਦੇ ਉੱਥੇ ਤੇ ਉਹ ਇੱਥੇ ਆਉਣਾ ਚਾਹੁੰਦੇ ਆ, ਉਹਨਾਂ ਲਈ ਕੀ ਸਲਾਹ ਹੈਗੀ ਆ, ਉਹ ਕੀ ਕਰ ਸਕਦੇ ਆ? ਦੇਖੋ, ਲੈਂਗੁਏਜ ਰਿਜ਼ਲਟ ਤਾਂ ਮੈਂਡੇਟਰੀ ਹੈਗਾ ਜੀ, ਹੈਗਾ, ਉਹ ਤੋਂ ਬਿਨਾ ਕੋਈ ਹੋਰ ਆਪਸ਼ਨ ਨਹੀਂ ਹੈਗੀ। ਤਾਂ ਤੁਸੀਂ ਡੋਲਿੰਗੋ ਇੱਕ ਨਵਾਂ ਟੈਸਟ ਆਇਆ ਸੀਗਾ, ਤੁਸੀਂ ਕਰ ਸਕਦੇ ਹੋ। ਨਹੀਂ ਤਾਂ ਹੁਣ ਮੇਰੇ ਖਿਆਲ ਜਿੰਨਾ ਕਿ ਮੈਨੂੰ ਵੀ ਥੋੜੀ ਨਿਊਜ਼ ਆ ਰਹੀ ਸੀਗੀ ਕਿ ਕੁਛ ਐਗਜ਼ਾਮ ਹੋਏ ਨੇਗੇ ਪਿੱਛੇ ਜੇ, ਬਟ ਆਮ ਨਾਟ ਸ਼ੋਰ, ਮੈਨੂੰ ਪਤਾ ਨਹੀਂ ਪੂਰਾ ਉਹਦਾ। ਬਟ ਇਹ ਹੈ ਕਿ ਜਿਹੜੇ ਅਗਰ ਅੱਗੇ ਵੀ ਫਿਊਚਰ ਦੇ ਵਿੱਚ ਆਇਲਸ ਦੇ ਅਗਰ ਐਗਜ਼ਾਮ ਹੁੰਦੇ ਆ, ਉਹ ਦੇ ਕੇ ਹੀ ਆ, ਉਹ ਤੋਂ ਬਿਨਾ ਕੋਈ ਦੂਜਾ ਵੇ ਆਊਟ ਹੈ ਨਹੀਂ ਕਰੀ ਜਾਣਾ। ਨਹੀਂ ਜੀ, ਬਿਲਕੁਲ। ਸੋ ਜਾਂ ਉਹਨਾਂ ਨੂੰ ਆਪਣੇ ਕਾਲਜ ਦੇ ਨਾਲ ਕੰਟੈਕਟ ਕਰਨਾ ਚਾਹੀਦਾ, ਜਿਹੜਾ ਕਾਲਜ ਉਹਨਾਂ ਨੂੰ, ਦੇਖੋ ਕਾਲਜ ਵੀ ਉਹਨਾਂ ਨੂੰ ਤਾਂ ਹੀ ਲੈਟਰ ਆਫ ਅਸੈਪਟੈਂਸ ਭੇਜੂਗਾ ਜੇ ਤੁਹਾਡੇ ਕੋਲ ਉਹਨਾਂ ਦੀ ਤੁਸੀਂ ਲੈਂਗੁਏਜ ਕ੍ਰਾਈਟੇਰੀਆ ਮੀਟ ਕਰਦੇ ਹੋਵੋਗੇ। ਉਹਨਾਂ ਦੀ ਰਿਕੁਆਇਰਮੈਂਟਸ, ਬਿਨਾਂ ਲੈਂਗੁਏਜ ਕ੍ਰਾਈਟੇਰੀਆ ਮੀਟ ਕੀਤੇ ਤੁਹਾਨੂੰ ਲੈਟਰ ਆਫ ਅਸੈਪਟੈਂਸ ਆਉਣੀ ਨਹੀਂ। ਸੋ ਫਿਰ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਜਿਹੜੀਆਂ ਕਰਨੀਆਂ ਚਾਹੀਦੀਆਂ, ਉਹਦੇ 'ਚ ਕੋਈ ਵੇਵ ਆਫ ਨਹੀਂ ਕੀਤਾ ਜੀ ਇਹਨਾਂ ਨੇ, ਉਹ ਤੁਹਾਨੂੰ ਕਰਨਾ ਹੀ ਪੈਣਾ। ਜੀ ਜੀ ਬਿਲਕੁਲ। ਤੇ ਨਾਲ ਨਾਲ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਨਾਲ ਜਿਹੜੀ ਮੇਨ ਟੌਪਿਕ ਜਿਹੜਾ ਅੱਜ ਕੱਲ੍ਹ ਹੈਗਾ ਆ, ਕੇਅਰ ਗਿਵਰਸ ਨੂੰ ਲੈ ਕੇ ਕੀ ਅਪਡੇਟ ਹੈਗੀਆਂ ਨੇ, ਕਿਉਂਕਿ ਉਹ ਦੇਖ ਰਹੇ ਨੇ ਕਿ ਕੀ ਹੋ ਰਿਹਾ ਹੈਗਾ, ਅਸੀਂ ਕਿਵੇਂ ਪਹੁੰਚ ਸਕਦੇ ਹੈਗੇ ਆ ਜਾਂ ਕਿਵੇਂ ਹੈਗਾ, ਉਹਨਾਂ ਨੂੰ ਲੈ ਕੇ ਕੀ ਅਪਡੇਟਸ ਜਿਹੜੀਆਂ ਨੇ IRCC ਦੇ ਵੱਲੋਂ ਆਈਆਂ ਨੇ? ਦੇਖੋ, ਕੇਅਰ ਗਿਵਰ ਦਾ ਇਹਨਾਂ ਨੇ ਪਾਇਲਟ ਪ੍ਰੋਗਰਾਮ ਸਟਾਰਟ ਕੀਤਾ ਸੀਗਾ ਪਿੱਛੇ ਜੇ, ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ 2750 ਐਪਲੀਕੇਸ਼ਨਾਂ ਲੈਣੀਆਂ ਹੋਮ ਸਪੋਰਟ ਵਰਕਰ ਦੀਆਂ ਤੇ 2750 ਹੀ ਐਪਲੀਕੇਸ਼ਨਾਂ ਲੈਣੀਆਂ ਸੀ ਚਾਈਲਡ ਕੇਅਰ ਗਿਵਰ ਦੀਆਂ। ਤੇ ਇਹਨਾਂ ਨੇ ਬਟ ਹਾਲੇ ਤੱਕ ਕੋਈ ਵੀ ਇੱਦਾਂ ਦਾ ਅਪਡੇਟ ਨਹੀਂ ਆਇਆ ਕਿ ਜਿਹਦੇ ਤੋਂ ਪਤਾ ਲੱਗ ਸਕੇ ਕਿ ਫਾਈਲਾਂ ਪੂਰੀਆਂ ਹੋ ਚੁੱਕੀਆਂ ਨੇ। ਤੇ ਹੁਣ ਇਹਦਾ ਜੇ ਐਲੀਜੀਬਿਲਟੀ ਦੀ ਗੱਲ ਕਰੀਏ ਆਪਾਂ, ਐਲੀਜੀਬਿਲਟੀ ਦੇ ਵਿੱਚ ਇਹੀ ਆ ਕਿ ਤੁਸੀਂ CLV ਲੈਵਲ 5 ਤੁਹਾਡਾ ਹੋਣਾ ਚਾਹੀਦਾ ਵਾ, ਤੇ ਤੁਹਾਡੇ ਕੋਲ 1 ਸਾਲ ਦਾ ਪੋਸਟ ਸੈਕੰਡਰੀ ਕੁਝ ਵੀ ਹੋਣਾ ਚਾਹੀਦਾ। ਤੁਸੀਂ BA ਕੀਤੀ ਆ, B.Ed ਕੀਤੀ ਆ, ਜਾਂ ਤੁਸੀਂ GNM ਕੀਤੀ ਆ, BSc ਨਰਸਿੰਗ ਕੀਤੀ, ਕੋਈ ਵੀ ਤੁਹਾਡੇ ਕੋਲ ਡਿਗਰੀ ਹੈਗੀ ਆ, ਉਹਦੀ ਇਵੈਲੂਏਸ਼ਨ ਕਰਾਓ ਉਹਦੀ, ਤੇ ਉਹਦੇ ਨਾਲ ਤੁਸੀਂ ਆਪਦਾ CLV ਸਕੋਰ ਲਾਓ ਆਇਲਸ ਦਾ। ਤੇ ਸਭ ਤੋਂ ਮੈਂਡੇਟਰੀ ਗੱਲ ਹੈਗੀ ਹੈ ਕਿ ਤੁਹਾਡੇ ਕੋਲ ਇੱਥੇ ਦੇ ਆਫਰ ਆਫ ਇੰਪਲੋਇਮੈਂਟ ਚਾਹੀਦੀ ਆ। ਅਗਰ ਤੁਹਾਡੇ ਕੋਲ ਕੋਈ ਕੈਨੇਡੀਅਨ ਇੰਪਲੋਇਰ ਹੈਗਾ ਜੀ, ਤੁਸੀਂ ਉਹ ਤੁਹਾਨੂੰ ਜੌਬ ਆਫਰ ਕਰ ਰਿਹਾ ਵਾ, ਤੇ ਹੋਰ ਇਹਨਾਂ ਨਾਲੋਂ ਵੱਧ ਕੇ ਕੀ ਚਾਹੀਦਾ ਵਾ। ਤੇ ਤੁਸੀਂ ਨਾਲ ਹੀ ਆਪਣੀ PR ਦੀ ਪ੍ਰੋਸੈਸ, ਇਹਦੇ ਵਿੱਚ ਕੀ ਹੁੰਦਾ ਕਿ PR ਜਿਹੜਾ ਹੁੰਦਾ ਐਪਲੀਕੇਸ਼ਨ, ਉਹ ਪਹਿਲਾ ਪ੍ਰੋਸੈਸ ਹੁੰਦੀ ਆ, ਤੇ ਉਹ ਤੋਂ ਬਾਅਦ ਤੁਹਾਨੂੰ ਵਿਦ ਫੈਮਿਲੀ, ਅਗਰ ਤੁਸੀਂ ਮੈਰਿਡ ਹੋ, ਤੁਹਾਡਾ ਕੋਈ ਬੇਬੀ ਆ, ਤੁਹਾਡੇ ਨਾਲ ਤੁਹਾਡਾ ਹਸਬੈਂਡ ਆ, ਉਹ ਸਾਰਿਆਂ ਦਾ ਇੱਕ ਵਾਰੀ ਤੁਹਾਡਾ ਉਹਨਾਂ ਦਾ ਵਰਕ ਪਰਮਿਟ ਲੱਗੂ, ਹਸਬੈਂਡ ਦਾ ਵੀ ਨਾਲ ਓਪਨ, ਤੇ ਜੋ ਜਾਂ ਵਾਈਫ ਜੋ ਵੀ ਤੁਹਾਡਾ ਅੱਗੇ ਪਾਰਟਨਰ ਰਹੇਗਾ, ਤੇ ਜੋ ਪ੍ਰਿੰਸੀਪਲ ਐਪਲੀਕੈਂਟ ਆ ਉਹਨਾਂ ਨੂੰ ਕਲੋਜ਼ ਵਰਕ ਪਰਮਿਟ ਮਿਲੂਗਾ ਉਹ ਤੱਕ ਦਾ, ਜਿੰਨਾ ਕਰੋ ਇੱਥੇ ਆਉਂਦੇ ਨੇਗੇ। ਇੱਥੇ ਆ ਕੇ ਤੁਸੀਂ 2 ਸਾਲ ਦਾ ਆਪਦਾ ਕੰਮ ਕਰਨਾ, ਉਸ ਤੋਂ ਬਾਅਦ ਤੁਸੀਂ ਆਪਣੇ ਪੇ ਸਟੱਬ ਜਮ੍ਹਾਂ ਕਰਾ ਕੇ
ਉਹਨਾਂ ਨੂੰ ਦੱਸ ਦੇਣਾ ਕਿ ਸਾਡਾ 24 ਮਹੀਨੇ ਦਾ ਸਾਡਾ ਵਰਕ ਹੋ ਗਿਆ ਕੰਪਲੀਟ, ਤੇ ਨਾਲ ਹੀ ਤੁਸੀਂ ਤੁਹਾਡੀ ਪੀਆਰ ਦਾ ਡਨ ਹੋ ਜਾਣਾ ਜੀ। ਉਹ ਤੋਂ ਬਾਅਦ ਤੁਹਾਡੀ ਪੀਆਰ ਦੇ ਵਿੱਚ ਐਲੀਜੀਬਲ ਹੋ ਗਏ ਤੁਸੀਂ। ਐਲੀਜੀਬਿਲਟੀ ਜਿਹੜੀ ਹੈ ਬੇਸਿਕਲੀ ਉਹ ਪਹਿਲਾਂ ਚੈੱਕ ਕੀਤੀ ਗਈ ਹੈ, ਤੇ ਹੁਣ ਇਹਦੇ ਇਸ ਜਿਹੜਾ ਕੇਅਰ ਗਿਵਰ ਦੇ ਵਿੱਚ ਮੇਰੇ ਖਿਆਲ 'ਚ ਕਾਫੀ ਜ਼ਿਆਦਾ ਫਾਈਲਾਂ ਲੱਗ ਚੁੱਕੀਆਂ, ਤੇ ਸਾਡੀਆਂ ਜਿਹੜੀਆਂ ਫਾਈਲਾਂ ਆਲਮੋਸਟ ਜਨਵਰੀ ਦੀਆਂ ਗਈਆਂ ਜੀ, ਉਹਨਾਂ ਦਾ ਫਾਈਲ ਨੰਬਰ ਹਾਲੇ ਤੱਕ ਇਸ਼ੂ ਨਹੀਂ ਹੋਏ ਹੋਏ। ਦੇਖ ਉਹ ਤੋਂ ਜਿਹੜੀਆਂ ਦਸੰਬਰ ਜਾਂ ਅਕਤੂਬਰ ਦੀਆਂ ਗਈਆਂ ਸੀਗੀਆਂ ਉਹ ਸਾਰੀਆਂ ਨਿਕਲ ਚੁੱਕੀਆਂ ਸਾਡੀਆਂ, ਪਰ ਜਿਹੜੀਆਂ ਜਨਵਰੀ ਤੋਂ ਬਾਅਦ ਦੀਆਂ ਸਾਡੀਆਂ ਫਾਈਲਾਂ ਲੱਗੀਆਂ ਉਹਨਾਂ ਦਾ ਫਾਈਲ ਨੰਬਰ, ਕਿਉਂਕਿ ਉੱਥੇ ਇੱਕ ਤਾਂ ਕੋਵਿਡ ਆ ਗਿਆ, ਉਹਦੇ ਕਰਕੇ ਫਾਈਲਾਂ ਨਹੀਂ ਉਹਨਾਂ ਨੇ ਸਟਾਫ ਘਟਾਤਾ ਹਨਾ, ਤੇ ਉਹਦੇ ਕਰਕੇ ਫਾਈਲਾਂ ਦੇ ਨੰਬਰ ਨਹੀਂ ਇਸ਼ੂ ਹੋ ਰਹੇ। ਕੋਈ ਫਾਈਲ ਮੇਰੇ ਖਿਆਲ ਦੇ ਵਿੱਚ ਉਹਨਾਂ ਕੋਲ ਤਾਂ ਕਾਫੀ ਫਾਈਲਾਂ ਇਕੱਠੀਆਂ ਹੋ ਚੁੱਕੀਆਂ ਨੇ। ਹੁਣ ਆਈ ਡੋਂਟ ਨੋ ਕਿ ਜਿਹੜੀਆਂ ਪਿੱਛੇ ਇਕੱਠੀਆਂ ਹੋ ਗਈਆਂ ਉਹਨਾਂ ਦਾ ਕੀ ਕਰਨਗੇ, ਜਾਂ ਅਗਲੇ ਸੈਸ਼ਨ 'ਚ ਪਾਉਣਗੇ ਜਾਂ ਉਹਨਾਂ ਨੂੰ ਵਾਪਸ ਭੇਜਣਗੇ, ਉਹ ਹਾਲੇ ਕਿਹਾ ਨਹੀਂ ਜਾ ਸਕਦਾ, ਬਟ ਕਾਫੀ ਇਨ ਡਿਮਾਂਡ ਹੈ ਜੀ ਇਹ ਪ੍ਰੋਗਰਾਮ ਜਿਹੜਾ ਇਸ ਸਮੇਂ ਚੱਲ। ਬਿਲਕੁਲ ਹੈਰੀ, ਇਹ ਤੁਸੀਂ ਜਿਵੇਂ ਦੱਸਿਆ ਕਿ ਆਪਣੀਆਂ ਫਾਈਲਾਂ ਜ਼ਰੂਰ ਲਗਾ ਦੇਣ, ਚਾਹੇ ਉਹ ਕਿਸੇ ਵੀ ਕੈਟੇਗਰੀ ਦੇ ਵਿੱਚ ਉਹਨਾਂ ਨੇ ਫਾਈਲ ਲਗਾਉਣੀ ਹੈਗੀ ਹੈ, ਤੇ ਸਾਡੇ ਦਿਮਾਗ ਦੇ ਵਿੱਚ ਇਹੀ ਹੈ ਕਿ ਵਰਕ ਨਹੀਂ ਹੋ ਰਿਹਾ, ਕਿ ਹੁਣ ਰਾਈਟ ਟਾਈਮ ਹੈਗਾ ਕਿ ਅਸੀਂ ਫਾਈਲਸ ਲਗਾ ਸਕਦੇ ਹਾਂ, ਜਾਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਕਿ ਇਹ ਪੈਂਡੈਮਿਕ ਓਵਰ ਹੋਵੇ ਤੇ ਫਿਰ ਅਸੀਂ ਜਿਹੜੀ ਫਾਈਲ ਲਗਾਈਏ? ਦੇਖੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਲਾ ਰਹੇ ਹੋ, ਠੀਕ ਹੈ। ਜੇ ਤੁਸੀਂ ਸਟੱਡੀ ਦੇ ਲਾ ਰਹੇ ਹੋ ਉਹ ਲੱਗ ਰਹੀਆਂ ਨੇ ਫਾਈਲਾਂ, ਔਨ ਵੇਸਟਰ ਦੇ ਵੀ ਇਹਨਾਂ ਨੇ ਕਹਿਤਾ ਕਿ ਤੁਸੀਂ ਲਾ ਸਕਦੇ ਹੋ, ਬਟ ਉਹਦੇ ਵਿੱਚ ਜੋ ਅਗਰ ਟੈਕਨੀਕਲੀ ਮੈਂ ਗੱਲ ਕਰਾਂ, ਇਸ ਸਮੇਂ ਤੁਸੀਂ ਟਰੈਵਲ ਤਾਂ ਕਰ ਨਹੀਂ ਸਕਦੇ, ਤਾਂ ਫਿਰ ਕੋਈ ਸੈਂਸ ਤਾਂ ਬਣਦੀ ਨਹੀਂ ਤੁਸੀਂ ਹੁਣ ਫਾਈਲ ਲਾਉਣ ਦੀ ਜੀ, ਠੀਕ ਹੈ ਜੀ। ਤੁਸੀਂ ਜੇ ਸਟੱਡੀ ਕਰਨ ਆਉਣਾ ਵਾ, ਤੁਹਾਡਾ ਤੁਸੀਂ ਕਹਿੰਦੇ ਹੋ ਕਿ ਮੈਂ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਕੈਨੇਡਾ ਦੇ ਵਿੱਚ, ਤੁਸੀਂ ਫਾਈਲ ਲਾ ਦਿਓ, ਉਹ ਤਾਂ ਇੱਕ ਰੀਜ਼ਨ ਬਣਦਾ, ਠੀਕ ਹੈ ਜੀ। ਜਾਂ ਤੁਸੀਂ ਕੋਈ ਐਸੈਂਸ਼ੀਅਲ ਵਰਕਰ ਹੋ, ਤੁਸੀਂ ਟਰੱਕਰ ਹੋ ਕੋਈ, ਹੈ ਨਾ, ਰਾਈਟ, ਜਾਂ ਤੁਸੀਂ ਹੈਲਥ ਵਰਕਰ ਹੈਗੇ ਹੋ, ਤੁਹਾਡੀ ਕੈਨੇਡਾ ਦੇ ਵਿੱਚ ਜ਼ਰੂਰਤ ਹੈਗੀ ਆ, ਤੁਹਾਡੇ ਕੋਲ ਜੌਬ ਆਫਰ ਹੈਗੀ ਆ, ਤਾਂ ਤੁਸੀਂ ਆਪਣੇ ਵਰਕ ਪਰਮਿਟ ਦੀ ਐਪਲੀਕੇਸ਼ਨ ਲਾ ਦਿਓ। ਉਹ ਐਪਲੀਕੇਸ਼ਨਾਂ ਤਾਂ ਲੱਗ ਰਹੀਆਂ ਨੇ, ਪੀਆਰ ਦੀਆਂ ਲੱਗ ਰਹੀਆਂ ਨੇ। ਲਾਸਟ ਜਿਹੜਾ ਡਰਾ ਗਿਆ ਐਕਸਪ੍ਰੈਸ ਐਂਟਰੀ ਦਾ 478 ਤੇ ਗਿਆ ਉਹ ਜੀ, ਤੇ ਉਹ ਬਾਹਰੋਂ ਇਹਨਾਂ ਨੇ ਫਾਈਲਾਂ ਚੱਕਣੀਆਂ ਸ਼ੁਰੂ ਕਰਤੀ। ਇਹਦਾ ਮਤਲਬ ਫਿਰ ਹੁਣ ਬਾਹਰੋਂ ਜਿਹੜੇ ਬੰਦੇ ਨੇ ਕਿ ਜਿਹੜੇ ਐਪਲੀਕੈਂਟ ਬੈਠੇ ਆ ਉਹਨਾਂ ਨੂੰ ਬੁਲਾਉਣਗੇ ਹੁਣ ਜੀ ਜੀ ਬਿਲਕੁਲ। ਹੁਣ ਇਹ ਨਹੀਂ ਪਤਾ ਕਿ ਟਰੈਵਲ ਬੈਨ ਕਦੋਂ ਚੱਕਿਆ ਜਾਣਾ ਹੈਗਾ, ਤੇ ਉਸ ਤੋਂ ਬਾਅਦ ਕਦੋਂ ਜਿਹੜੀਆਂ ਫਾਈਲਾਂ ਨੇ ਉਹ ਪ੍ਰੋਸੈਸ ਜ਼ਿਆਦਾ ਹੋਣ ਲੱਗੀਆਂ, ਕਦੋਂ ਬੈਕ ਟੂ ਵਰਕਰ ਆਉਂਦੇ ਨੇ। ਸੋ ਇਸ ਤਰ੍ਹਾਂ ਹੀ ਗੱਲਬਾਤ ਜਾਰੀ ਰਹੇਗੀ, ਤੇ ਬ੍ਰੇਕ ਲੈ ਲੈਂਦੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਬਿਲਕੁਲ, ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲੂਸ਼ਨ ਗੱਲਬਾਤ ਹੋ ਰਹੀ ਹੈ ਹੈਰੀ ਦੇ ਨਾਲ। ਇਸ ਤਰ੍ਹਾਂ ਹੀ ਗੱਲਬਾਤ ਕਰਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। Welcome back after a short break. You are watching Way to Go, the complete immigration solution program, ਤੇ ਮੇਰੇ ਨਾਲ ਪਹੁੰਚੇ ਹੋਏ ਨੇ ਮਿਸਟਰ ਹੈਰੀ ਇਮੀਗ੍ਰੇਸ਼ਨ ਤੋਂ। ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ, ਕਿਉਂਕਿ ਕੁਝ ਸਵਾਲ ਸਾਨੂੰ, ਜਿਹੜੀ ਤੁਸੀਂ ਸਕਰੀਨ ਦੇ ਉੱਤੇ ਸਾਡੀ ਈਮੇਲ ਦੇਖ ਰਹੇ ਹੋ, ਇਹਦੇ ਥਰੂ ਸਾਨੂੰ ਕੁਝ ਸਵਾਲ ਆਏ ਨੇ, ਤੇ ਹੈਰੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਫਿਊਚਰ ਦੇ ਵਿੱਚ ਵੀ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੁੰਦਾ ਤਾਂ ਤੁਸੀਂ ਜੋ ਸਕਰੀਨ ਦੇ ਉੱਤੇ ਆਨਲਾਈਨ ਸਾਡੀ ਈਮੇਲ ਹੈਗੀ ਹੈ, ਤਾਂ ਤੁਸੀਂ ਉਹਦੇ ਤੇ ਆਪਣੇ ਜਿਹੜੇ ਕੁਐਸਚਨ ਹੈਗੇ ਉਹ ਭੇਜ ਸਕਦੇ ਹੋ, ਤਾਂ ਕਿ ਅਸੀਂ ਟਰਾਈ ਕਰੀਏ ਕਿ ਅਸੀਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਉਹ ਦੇ ਸਕੀਏ। ਸੋ ਹੈਰੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਈਮੇਲਸ ਆਈਆਂ ਹੋਈਆਂ ਕਿ ਲੋਕਾਂ ਦੇ ਬਹੁਤ ਸਾਰੇ ਕੁਐਸਚਨ ਹੁੰਦੇ ਨੇ ਦਿਮਾਗ ਦੇ ਵਿੱਚ ਕਿ ਅਸੀਂ ਕਿਸ ਤਰ੍ਹਾਂ ਆਪਣੀ ਫਾਈਲ ਨੂੰ ਲਗਾ ਸਕਦੇ ਹਾਂ ਜਾਂ ਕੀ ਹੋ ਸਕਦਾ। ਸੋ ਥੋੜੇ ਜਿਹੇ ਕੁਐਸਚਨ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਮੇਰੇ ਕੋਲ ਇਹ ਹੈ ਕਿ ਆਈ ਹੈਵ ਸਬਮਿਟਡ ਮਾਈ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਐਂਡ ਮਾਈ ਆਇਲਸ ਸਕੋਰ ਇਜ਼ ਐਕਸਪਾਇਰਿੰਗ ਇਨ ਅਗਸਟ 2020। ਸੋ ਆਇਲਸ ਦਾ ਸਕੋਰ ਉਹਨਾਂ ਦਾ 2020 ਦੇ ਵਿੱਚ ਜਿਹੜਾ ਹੈ ਉਹ ਐਕਸਪਾਇਰ ਹੋ ਰਿਹਾ, ਤੇ ਉਹਨਾਂ ਨੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਿਹੜਾ ਉਹ ਲਗਾਇਆ ਹੋਇਆ, ਉਹ ਕੀ ਕਰ ਸਕਦੇ? ਦੇਖੋ, ਜੇ ਤਾਂ ਉਹਨਾਂ ਨੇ ਆਪਣੀ ਪ੍ਰੋਫਾਈਲ ਸਬਮਿਟ ਕਰਤੀ ਹੋਈ ਹੈ ਜੀ, ਠੀਕ ਹੈ ਜੀ, ਉਹ ਕਹਿ ਰਹੇ ਨੇ ਕਿ ਸਾਡਾ ਐਕਸਪਾਇਰ ਹੋ ਰਿਹਾ ਵਾ ਅਗਸਤ ਦੇ ਵਿੱਚ ਜੀ। ਜੇ ਤਾਂ ਅਗਸਤ ਤੋਂ ਪਹਿਲਾਂ ਤੁਹਾਡਾ ਇਨਵੀਟੇਸ਼ਨ ਆ ਜਾਂਦਾ, ਦੈਨ ਯੂ ਆਰ ਗੁੱਡ ਟੂ ਗੋ। ਅਦਰਵਾਈਜ਼ ਸਮ ਟਾਈਮ ਕੀ ਹੁੰਦਾ, ਕਈ ਵਾਰ ਐਪਲੀਕੈਂਟ ਡਰਦਾ ਹੁੰਦਾ ਕਿ ਮੈਂ ਇਨਵੀਟੇਸ਼ਨ ਤਾਂ ਆ ਗਿਆ, ਉਸ ਤੋਂ ਬਾਅਦ ਮੇਰਾ ਜਿਹੜਾ ਆਇਲਸ ਆ ਉਹ ਐਕਸਪਾਇਰ ਹੋ ਗਿਆ, ਤੇ ਮੈਂ ਹੋ ਸਕਦਾ ਮੇਰੀ ਫਾਈਲ ਨਾਲ ਰਿਜੈਕਟ ਕਰਦਾ। ਤਾਂ ਤੁਸੀਂ ਸੇਫਰ ਸਾਈਡ ਲਈ ਆਪਣੀ ਸਬਮਿਸ਼ਨ ਦੇ ਵਿੱਚ ਤੁਸੀਂ ਮੈਂਸ਼ਨ ਵੀ ਕਰ ਸਕਦੇ ਹੋ, ਅਗਰ ਤੁਹਾਨੂੰ ਡਰ ਲੱਗਦਾ। ਅਦਰਵਾਈਜ਼ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ ਤੁਸੀਂ ਨਵੇਂ ਟੈਸਟ ਡੇਟ ਬੁੱਕ ਕਰਕੇ ਤੁਸੀਂ ਉਹਦਾ ਪ੍ਰੂਫ ਨਾਲ ਲਾ ਸਕਦੇ ਹੋ ਕਿ ਮੈਂ ਦੁਬਾਰਾ ਟੈਸਟ ਦੇ ਰਿਹਾ ਵਾਂ। ਪਰ ਰਿਕੁਆਇਰਮੈਂਟ ਨਹੀਂ ਹੈਗੀ, ਅਗਰ ਤੁਹਾਡਾ ਇਨਵੀਟੇਸ਼ਨ ਆ ਗਿਆ ਦੈਨ ਯੂ ਆਰ ਗੁੱਡ ਟੂ ਗੋ, ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ। ਬਟ ਜੇ ਉਹ ਤੋਂ ਪਹਿਲਾਂ ਤੁਹਾਡਾ ਇਨਵੀਟੇਸ਼ਨ ਨਹੀਂ ਆਉਂਦਾ ਅਗਸਤ ਤੋਂ ਪਹਿਲਾਂ, ਤਾਂ ਫਿਰ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਖਤਮ ਹੋ ਜਾਊਗੀ ਜੀ। ਫਿਰ ਤੁਹਾਨੂੰ ਨਵੀਂ ਐਕਸਪ੍ਰੈਸ ਐਂਟਰੀ ਲਈ ਦੁਬਾਰਾ ਨਵਾਂ ਤੁਹਾਨੂੰ ਵੈਲਿਡ ਸਕੋਰ ਚਾਹੀਦਾ ਹੋਊਗਾ ਦੁਬਾਰਾ ਜੀ। ਫਿਰ ਤੁਹਾਨੂੰ ਦੁਬਾਰਾ ਪੂਲ ਦੇ ਵਿੱਚ ਤੁਹਾਡੀ ਦੁਬਾਰਾ ਫਾਈਲ ਜਾਊਗੀ, ਦੁਬਾਰਾ ਫਾਈਲ ਜਿਹੜੀ ਉਹ ਲੱਗੇਗੀ। ਬਿਲਕੁਲ। ਸੋ ਇੱਕ ਹੋਰ ਕੁਐਸਚਨ ਹੈਗਾ ਦੈਟ ਆਈ ਐਮ ਔਨ ਅ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਂਡ ਮਾਈ ਸਪਾਊਸ ਇਜ਼ ਔਨ ਓਪਨ ਵਰਕ ਪਰਮਿਟ, ਤੇ ਉਹ ਜਿਹੜਾ ਉਹਨਾਂ ਦਾ ਸਪਾਈਸ ਹੈਗਾ ਬੀ ਐਲੀਜੀਬਲ ਟੂ ਅਪਲਾਈ ਦਾ ਪਰਮਨੈਂਟ ਰੈਜ਼ੀਡੈਂਸੀ। ਸੋ ਇੱਕ ਜਿਹੜਾ ਮੇਨ ਐਪਲੀਕੈਂਟ ਹੈ ਤੇ ਜਿਹੜਾ ਓਪਨ ਵਰਕ ਪਰਮਿਟ ਤੇ ਉਹ ਅਪਲਾਈ ਕਰ ਸਕਦਾ ਪੀਆਰ ਨੂੰ? ਦੇਖੋ, ਦੋਨਾਂ ਚੋਂ ਕੋਈ ਵੀ ਕਰ ਸਕਦਾ ਜੀ।
ਹਾਂਜੀ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜਿਹੜਾ ਕੋਈ ਜਿਵੇਂ ਕੋਈ ਸਕਿਲਡ ਵਰਕਰ ਆ ਜਾਂ ਕੋਈ ਸਟੂਡੈਂਟ ਆ, ਉਹਨੇ ਆਪਣੇ ਸਪਾਊਸ ਨੂੰ ਬੁਲਾਇਆ ਓਪਨ ਵਰਕ ਪਰਮਿਟ ਤੇ, ਤੇ ਜਿਹਨੇ ਬੁਲਾਇਆ ਹੀ ਨਹੀਂ ਹੈਗਾ ਕਿ ਉਹੀ ਪੀਆਰ ਅਪਲਾਈ ਕਰ ਸਕਦਾ। ਦੋਨਾਂ ਚੋਂ ਜਿਹਦੀ ਵੀ ਪ੍ਰੋਫਾਈਲ ਸਟਰੋਂਗ ਆ। ਹੁਣ ਮੇਰੇ ਕੋਲ ਇੱਕ ਕੇਸ ਸੀਗਾ ਜੀ, ਕਿਸੇ ਦਾ ਉਹਨਾਂ ਦੇ ਜਿਹੜਾ ਸਪਾਊਸ ਸੀਗਾ ਉਹ ਇੱਥੇ ਇੱਕ ਐਜ਼ ਅ ਕਾਰਪੈਂਟਰ ਇੱਥੇ ਜੌਬ ਕਰਦਾ ਸੀ ਉਹ, ਤੇ ਉਹਨਾਂ ਓਪਨ ਵਰਕ ਪਰਮਿਟ ਤੇ ਆ ਕੇ ਉਹ ਇੰਡੀਆ ਤੋਂ ਵੀ ਉਹਨਾਂ ਦੇ ਕੋਲ ਐਕਸਪੀਰੀਅੰਸ ਸੀਗਾ ਕਾਰਪੈਂਟਰੀ ਦਾ, ਤੇ ਉਹਦਾ ਸਕੋਰ ਵੀ ਆਲਸੋ ਸਕੋਣਾ ਸੀ, ਤੇ ਉਹਨਾਂ ਨੇ ਗ੍ਰੈਜੂਏਸ਼ਨ ਵਗੈਰਾ ਵੀ ਸੀਗੀ, ਤਾਂ ਉਹ ਐਲੀਜੀਬਲ ਹੁੰਦੇ ਪਏ ਸੀਗੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ। ਤਾਂ ਉਹਨਾਂ ਦੀ ਅਸੀਂ ਫਾਈਲ ਲਾਈ ਹੈ ਪੀਆਰ ਦੇ ਲਈ। ਤਾਂ ਦੋਨਾਂ ਦੇ ਵਿੱਚੋਂ ਦੇਖੋ, ਜਦੋਂ ਮੇਰੇ ਕੋਲੇ ਕੋਈ ਕਲਾਇੰਟ ਆਉਂਦਾ ਵਾ, ਦੋਨਾਂ ਦੇ ਵਿੱਚੋਂ ਮੈਂ ਦੇਖਦਾ ਕਿ ਕਿਹੜਾ ਸਟਰੋਂਗ ਆ, ਕਿਹਦੀ ਪੜ੍ਹਾਈ ਜ਼ਿਆਦਾ ਵਾ, ਕਿਹਦਾ ਆਇਲ ਸਕੋਰ ਜ਼ਿਆਦਾ ਵਾ, ਕਿਹਦੀ ਜ਼ਿਆਦਾ ਕਮਾਂਡ ਹੈਗੀ, ਕਿਹਦੀ ਐਜੂਕੇਸ਼ਨ ਐਕਸਪੀਰੀਅੰਸ। ਦੋਨਾਂ ਨੂੰ ਪ੍ਰਿੰਸੀਪਲ ਐਪਲੀਕੈਂਟ ਬਣਾ ਕੇ ਚੈੱਕ ਕਰ ਲਈਦਾ ਵੀ ਸਕੋਰ ਕਿਹਦੇ ਵੱਧ ਬਣਦੇ, ਜਿਹਦੇ ਬਣਦੇ ਉਹਨੂੰ ਤੁਸੀਂ ਉਹਦੇ ਵਿਆਹ ਉਹਨੂੰ ਐਪਲੀਕੈਂਟ ਪ੍ਰਿੰਸੀਪਲ ਐਪਲੀਕੈਂਟ ਬਣਾ ਕੇ ਫਾਈਲ ਸਬਮਿਟ ਕਰ ਦਿਓ। ਨਹੀਂ, ਨੋ ਮੈਟਰ ਵਾਟ ਕੀ ਮੇਨ ਐਪਲੀਕੈਂਟ ਕਿਹੜਾ ਹੈਗਾ, ਜਿਹਦੀ ਫਾਈਲ ਸਟਰੋਂਗਰ ਹੈ, ਕੇਸ ਸਟਰੋਂਗਰ ਹੈਗਾ, ਉਹ ਆਪਣੀ ਪੀਆਰ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਐਪਲੀਕੇਸ਼ਨ ਦੇ ਸਕਦਾ ਹੈਗਾ। ਸੋ ਇਹ ਮੈਨੂੰ ਵੀ ਨਹੀਂ ਪਤਾ ਸੀ, ਇਹ ਮੇਰੇ ਲਈ ਵੀ ਨਵੀਂ ਨੌਲੇਜ ਹੈਗੀ। ਆਈ ਥਾਟ ਕਿ ਜਿਵੇਂ ਹੁਣ ਮੰਨ ਲਓ ਕੋਈ ਸਟੂਡੈਂਟ ਆਇਆ ਹੈਗਾ ਆ ਤੇ ਉਹਨੇ ਆਪਣੇ ਸਪਾਊਸ ਨੂੰ ਬੁਲਾ ਲਿਆ ਹੈਗਾ ਆ, ਤੇ ਉਹ ਸਿਰਫ ਜਿਹੜਾ ਸਟੂਡੈਂਟ ਆ ਉਹੀ ਐਪਲੀਕੇਸ਼ਨ ਅਪਲਾਈ ਕਰ ਸਕਦਾ। ਸੋ ਕੋਈ ਵੀ ਕਰ ਸਕਦਾ ਜਿਹਦਾ ਸਟਰੋਂਗ ਹੈਗਾ ਕੇਸ। ਸੋ ਨੈਕਸਟ ਕੁਐਸਚਨ ਹੈਰੀ ਮੇਰੇ ਕੋਲ ਹੈ ਕਿ ਆਈ ਵਾਂਟ ਟੂ ਸਪਾਂਸਰ ਮਾਈ ਵਾਈਫ ਬਟ ਆਰ ਮੈਰਿਜ ਸਰਟੀਫਿਕੇਟ ਇਜ਼ ਨਾਟ ਇਸ਼ੂਡ ਯੈਟ, ਵਾਟ ਸ਼ੁਡ ਆਈ ਡੂ? ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜੋ ਵਿਆਹ ਹੋਏ ਨੇ ਹੁਣ ਪੈਂਡੈਮਿਕ ਤੋਂ ਪਹਿਲਾਂ, ਜਦੋਂ ਅਸੀਂ ਦੇਖਦੇ ਹਾਂ ਕਿ ਜਨਵਰੀ ਫਰਵਰੀ ਦੇ ਵਿੱਚ ਬਹੁਤ ਸਾਰੇ ਇੰਡੀਆ ਦੇ ਵਿੱਚ ਵਿਆਹ ਹੋਏ ਨੇ, ਤੇ ਉਸ ਤੋਂ ਬਾਅਦ ਟਰੈਵਲ ਬੈਨ ਲੱਗ ਗਿਆ, ਤੇ ਉਸ ਤੋਂ ਬਾਅਦ ਬਹੁਤ ਸਾਰਾ ਕੰਮ ਕਾਜ ਜਿਹੜਾ ਰੁਕ ਗਿਆ ਹੈਗਾ ਆ। ਹੁਣ ਵਾਪਸ ਆ ਗਏ ਨੇ ਉਹਨਾਂ ਦੇ ਜਿਹੜੇ ਚਾਹੇ ਹਸਬੈਂਡ ਹੈ ਚਾਹੇ ਵਾਈਫ ਹੈਗੇ, ਉਹ ਵਾਪਸ ਆ ਗਏ ਨੇ ਇੱਥੇ, ਪਰ ਉਹਨਾਂ ਨੇ ਆਪਣੇ ਸਪਾਊਸ ਨੂੰ ਅਪਲਾਈ ਕਰਨਾ ਹੈਗਾ ਇੰਡੀਆ ਦੇ ਵਿੱਚ, ਜਾਂ ਉਹਨਾਂ ਨੇ ਕਹਿਣਾ ਕਿ ਅਸੀਂ ਫਾਈਲ ਦੇ ਵਿੱਚ ਲਗਾਉਣੀ ਹੈਗੀ, ਸੋ ਉਹ ਅਪਲਾਈ ਕਰ ਸਕਦੇ ਆ, ਪਰ ਮੈਰਿਜ ਸਰਟੀਫਿਕੇਟ ਇਸ਼ੂ ਨਹੀਂ ਹੋਏ। ਨੋਟ ਐਨ ਇਸ਼ੂ ਜੀ, ਕੋਈ ਚੱਕਰ ਨਹੀਂਗਾ। ਜੇ ਤੁਹਾਡੇ ਕੋਲੇ ਤੁਸੀਂ ਵਿਆਹ ਕਰਾ ਕੇ ਆਏ ਹੋ, ਤੁਸੀਂ ਆਪਦੀ ਨੇਟਿਵ ਕੰਟਰੀ, ਤੁਹਾਡਾ ਸਪਾਊਸ ਪਿੱਛੇ ਰਹਿੰਦਾ ਵਾ, ਤੇ ਤੁਸੀਂ ਤੁਹਾਡੇ ਕੋਲ ਪੀਸੀਸੀ ਵੀ ਹੈ ਨਹੀਂ, ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਵੀ ਨਹੀਂ ਹੈਗਾ, ਤੁਸੀਂ ਐਲੀਜੀਬਲ ਹੈਗੇ ਤੁਸੀਂ ਫਾਈਲ ਲਾਉਣ ਦੇ ਲਈ। ਤੁਹਾਨੂੰ ਕੋਈ ਹਾਲੇ ਜਦੋਂ ਤੁਹਾਡੇ ਕੋਲੇ ਆ ਗਿਆ ਉਹ ਤੋਂ ਬਾਅਦ ਤੁਸੀਂ ਅਪਡੇਟ ਕਰ ਦਿਓ, ਬਟ ਉਹ ਤੋਂ ਪਹਿਲਾਂ ਤੁਸੀਂ ਫਾਈਲ ਲਗਾ ਦਿਓ, ਕੋਈ ਇਸ਼ੂ ਨਹੀਂ ਹੈਗਾ ਉਹਦੇ ਵਿੱਚ। ਕਿਉਂਕਿ ਆਈਆਰਸੀਸੀ ਦੀਆਂ ਇੰਸਟਰਕਸ਼ਨਸ ਪਿੱਛੇ ਜਿਹੇ ਆਈਆਂ ਸੀਗੀਆਂ, ਉਹ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਕੋਵਿਡ ਕਰਕੇ ਸਾਰੇ ਆਫਿਸਿਸ ਬੰਦ ਨੇਗੇ, ਤੇ ਨਾ ਤਾਂ ਪੀਸੀਸੀ ਇਸ਼ੂ ਹੋ ਰਹੀਆਂ ਸੀਗੀਆਂ, ਮੈਰਿਜ ਸਰਟੀਫਿਕੇਟ ਵੀ ਨਹੀਂ, ਕਿਉਂਕਿ ਕੋਰਟ ਸਾਰੇ ਬੰਦ ਸੀਗੇ, ਤੇ ਉਹਨਾਂ ਨੇ ਫਿਰ ਇਹਨਾਂ ਨੂੰ ਐਗਜ਼ਾਮਟ ਕਰਤਾ ਸੀ ਕਿ ਵੀ ਕੋਈ ਗੱਲ ਨਹੀਂ, ਅੱਜ ਨਾ ਦਿਓ ਤੁਸੀਂ ਫਾਈਲ ਆਪਦੀ ਪੁੱਟ ਅਪ ਕਰ ਸਕਦੇ ਹੋ, ਤੁਸੀਂ ਬਾਕੀ ਸਾਰੇ ਡਾਕੂਮੈਂਟ ਲਾ ਦਿਓ। ਉਹ ਤੋਂ ਬਾਅਦ ਜਦੋਂ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਆ ਗਿਆ, ਬਾਅਦ ਚ ਅਪਡੇਟ ਕਰ ਦਿਓ ਤੁਸੀਂ। ਯੈਸ। ਸੋ ਇੱਕ ਪਰਸਨ ਹੈਗਾ ਜਿਹਨੇ ਹਜੇ ਆਪਣਾ ਹੋਲਡ ਕੀਤੀ ਹੋਈ ਹੈ ਐਪਲੀਕੇਸ਼ਨ, ਕਿ ਜਦੋਂ ਸਾਰਾ ਕੁਝ ਨਾਰਮਲ ਹੋਊਗਾ, ਮੇਰੇ ਕੋਲੇ ਮੈਰਿਜ ਸਰਟੀਫਿਕੇਟ ਹੋਊਗਾ, ਮੇਰੇ ਕੋਲੇ ਪ੍ਰੂਫ ਹੋਊਗਾ ਸਾਰਾ ਕੁਝ, ਤਾਂ ਫਿਰ ਮੈਂ ਉਦੋਂ ਅਪਲਾਈ ਕਰ ਰਿਹਾ। ਇੱਕ ਜਿਹਦੇ ਕੋਲ ਕੋਈ ਵੀ ਹਜੇ ਹੈ ਨਹੀਂ, ਉਹ ਸੇਮ ਪਰਸਨ ਹੀ ਹੈ, ਪਰ ਉਹਨੇ ਆਪਣੀ ਫਾਈਲ ਲਗਾ ਦਿੱਤੀ ਹੈ, ਆਪਣਾ ਜੋ ਵੀ ਡਾਕੂਮੈਂਟ ਉਹਦੇ ਕੋਲ ਹੈਗੇ ਸੀ ਜਾਂ ਕੋਈ ਵੀ ਪ੍ਰੂਫ ਜਾਂ ਨਹੀਂ ਵੀ ਹੈਗਾ ਸੀ, ਪਰ ਐਪਲੀਕੇਸ਼ਨ ਫਿਲ ਕਰਕੇ ਦੇ ਦਿੱਤੀ ਹੈਗੀ ਬਿਨਾਂ ਪ੍ਰੂਫ ਤੋਂ। ਸੋ ਉਹਨਾਂ ਦੋਨਾਂ ਦੇ ਵਿੱਚ ਫਾਈਲ ਦੇ ਵਿੱਚ ਕੀ ਡਿਫਰੈਂਸ ਹੈਗਾ ਆ? ਜਿਹਨੇ ਹਜੇ ਹੋਲਡ ਬੈਕ ਕੀਤਾ ਹੋਇਆ ਕਿ ਚਲੋ ਜਦੋਂ ਸਾਰਾ ਕੁਝ ਸੈਟਲ ਡਾਊਨ ਹੋਊਗਾ, ਮੇਰੇ ਕੋਲ ਸਾਰੇ ਪ੍ਰੂਫ ਹੋਣਗੇ, ਮੈਂ ਇੱਕੋ ਦਮ ਸਾਰੇ ਪ੍ਰੂਫਸ ਦੇ ਨਾਲ, ਜੇ 10-12 ਪ੍ਰੂਫ ਹੈਗੇ ਆ ਸਾਰੇ ਟੋਟਲ ਸਟਰੋਂਗ ਕਰਕੇ ਫਾਈਲ ਲਗਾਉਂਗਾ, ਪਰ ਉਹਦੀ ਜਿਹੜੀ ਦੂਜੀ ਫਾਈਲ ਆ ਉਹ ਸਟਰੋਂਗ ਨਹੀਂ ਹੈਗੀ। ਸੋ ਉਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੋ ਸਕਦਾ? ਦੇਖੋ, ਸਾਰੇ ਪ੍ਰੂਫ ਤਾਂ ਨਹੀਂ ਕਹਿ ਸਕਦੇ ਜੀ, ਕਿਉਂਕਿ ਇੱਕ ਜਿਹੜੀ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਜਾਂਦੀ ਆ, ਉਹਦੇ ਵਿੱਚ ਕੱਲਾ ਮੈਰਿਜ ਸਰਟੀਫਿਕੇਟ ਤਾਂ ਵੀ ਇੰਨਾ ਨਹੀਂ ਹੁੰਦਾ ਵੀ ਕੋਈ ਮੈਰਿਜ ਸਰਟੀਫਿਕੇਟ ਆ ਤਾਂ ਤੁਹਾਡਾ ਜੈਨੂਨ ਹੋ ਗਿਆ। ਤੁਹਾਨੂੰ ਸਪੋਰਟਿੰਗ ਡਾਕੂਮੈਂਟ ਨਾਲ ਲਾਉਣੇ ਪੈਂਦੇ, ਜਿਵੇਂ ਤੁਸੀਂ ਕੋਈ ਚੈਟ ਕਰਦੇ ਹੋ, ਤੁਹਾਡੀ ਕੋਈ ਵੀਡੀਓ ਕਾਲ ਤੁਹਾਡੀ ਹੁੰਦੀ ਆ, ਤੁਹਾਡੇ ਕੋਲ ਫੋਟੋਗ੍ਰਾਫਸ ਨੇ, ਕੋਈ ਹਨੀਮੂਨ ਤੇ ਗਏ ਹੋ, ਤੁਹਾਡੀ ਕੋਈ ਲਾਈਫ ਇੰਸ਼ੋਰੈਂਸ ਆ ਜਿਹਦੇ ਚ ਇੱਕ ਦੂਜੇ ਨੂੰ ਨਾਮਨੀ ਪਾਇਆ ਹੋਇਆ ਵਾ, ਠੀਕ ਹੈ ਜੀ, ਇਦਾਂ ਦੇ ਸਾਰੇ ਪ੍ਰੂਫ, ਤੁਹਾਡੇ WhatsApp ਚੈਟ ਵਗੈਰਾ ਸਾਰੇ, ਤੇ ਉਹ ਸਾਰੇ ਪ੍ਰੂਫ ਤਾਂ ਤੁਸੀਂ ਲਾ ਹੀ ਦੇਣੇ ਆ, ਚਾਹੇ ਲੈਟਸ ਸਪੋਜ਼ ਪਰਸਨ A ਆ ਪਰਸਨ B ਆ, ਦੋਨਾਂ ਨੇ ਫਾਈਲ ਇੱਕ ਹਲੇ ਪ੍ਰਿਪੇਅਰ ਕਰ ਰਿਹਾ, ਉਹ ਹਲੇ ਵੇਟ ਕਰ ਰਿਹਾ ਕਿ ਮੇਰਾ ਮੈਰਿਜ ਸਰਟੀਫਿਕੇਟ ਆ ਲੈਂਦੋ, ਕੋਈ ਗੱਲ ਨਹੀਂ ਬਾਅਦ ਚ ਲਾਉਂਗਾ ਮੈਂ। ਇੱਕ ਹੈਗਾ ਜਿਹਦੇ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈਗਾ, ਬਾਕੀ ਸਾਰੇ ਡਾਕੂਮੈਂਟ ਰੈਡੀ ਪਏ ਆ, ਤਾਂ ਫਾਈਲ ਲਾ ਸਕਦਾ ਜੀ। ਮੈਰਿਜ ਸਰਟੀਫਿਕੇਟ ਤੇ ਪੀਸੀਸੀ ਬਾਅਦ ਚ ਅਪਡੇਟ ਕਰ ਦੇ, ਬਲਕਿ ਜਿਹਨੇ A ਨੇ ਜੇ ਪਹਿਲਾਂ ਲਾਤੀ ਆ, ਉਹ ਦੂਜੇ ਨਾਲ ਉਹਦੀ ਪ੍ਰੋਸੈਸਿੰਗ ਦੇ ਵਿੱਚ ਪਹਿਲਾਂ ਪੈ ਗਈ ਫਾਈਲ। ਜੀ ਬਿਲਕੁਲ। ਸੋ ਜਿੰਨੇ ਵਿਆਹ ਕਰਵਾ ਕੇ ਆਏ ਆ, ਆਪਦੀ ਫਾਈਲ ਜ਼ਰੂਰ ਲਗਾ ਦੇਣ ਛੇਤੀ ਤੋਂ ਛੇਤੀ, ਤਾਂ ਕਿ ਇੱਕ ਵਾਰ ਅਸੀਂ ਕਿਊ ਦੇ ਵਿੱਚ ਲੱਗ ਜਾਈਏ, ਲਾਈਨ 'ਚ ਲੱਗ ਜਾਈਏ, ਤੇ ਫਿਰ ਉਹ ਆਏ ਕਿ ਫਾਈਲ ਅਪਡੇਟ ਹੁੰਦੀ ਰਹੂਗੀ ਨਾਲੋਂ ਨਾਲ। ਹਾਂਜੀ ਜੀ ਬਿਲਕੁਲ। ਇੱਕ ਹੋਰ ਕੁਐਸਚਨ ਹੈ ਮੇਰੇ ਕੋਲ ਕਿ ਮਾਈ ਪੇਰੈਂਟਸ ਆਰ ਔਨ ਸੁਪਰ ਵੀਜ਼ਾ ਇਨ ਕੈਨੇਡਾ ਐਂਡ देयर स्टे इज एक्सपायरिंग in end of July 2020. If I apply for their extension, how much stay can they get? So ਕਿੰਨਾ ਟਾਈਮ ਉਹ ਰਹਿ ਸਕਦੇ ਆ ਜੇ ਅਸੀਂ ਐਕਸਟੈਂਸ਼ਨ ਅੱਜ ਅਪਲਾਈ ਕਰਦੇ ਹਾਂ, ਕਿਉਂਕਿ ਜੁਲਾਈ ਦੇ ਵਿੱਚ ਉਹਨਾਂ ਦਾ ਐਕਸਪਾਇਰ ਹੋਣ ਲੱਗਿਆ ਸੁਪਰ ਵੀਜ਼ਾ। ਦੇਖੋ, ਜੇ ਉਹਨਾਂ ਨੇ ਐਕਸਟੈਂਸ਼ਨ ਪਹਿਲਾਂ ਤਾਂ ਕਹਿੰਦੇ ਆ ਕਿ 30 ਦਿਨ ਪਹਿਲਾਂ ਐਕਸਟੈਂਸ਼ਨ ਤੁਸੀਂ ਅਪਲਾਈ ਕਰੋ, ਕੋਈ ਵੀ ਤੁਹਾਡਾ ਵੀਜ਼ਾ ਕੋਈ ਵੀ। ਜੇ ਤੁਸੀਂ ਨਹੀਂ ਐਕਸਟੈਂਸ਼ਨ 30 ਦਿਨ ਪਹਿਲਾਂ ਕੀਤੀ, ਲੈ ਕਈ ਵਾਰ ਹੁੰਦਾ ਕਿ ਆਪਾਂ 15 ਦਿਨ ਜਾਂ 10 ਦਿਨ ਪਹਿਲਾਂ ਕਰਦੇ,
ਤੇ ਜੇ ਤੁਸੀਂ ਐਕਸਟੈਂਸ਼ਨ ਕਰਤੀ ਆ ਉਹਦਾ ਰਿਜ਼ਲਟ ਆਉਣ ਨੂੰ 2-3 ਮਹੀਨੇ ਲੱਗ ਗਏ, ਲੈਟਸ ਅਸਿਊਮ ਹੁਣ ਤਾਂ ਇਹਨਾਂ ਨੇ ਬਾਇਓਮੈਟ੍ਰਿਕਸ ਦੀ ਚੱਕ ਤੇ ਆ ਕੇ ਤਾਂ ਬਾਇਓਮੈਟ੍ਰਿਕਸ ਤੇ ਜਾ ਕੇ ਫਾਈਲ ਖੜ ਜਾਂਦੀ ਸੀਗੀ ਤੇ ਉਹਨਾਂ ਟਾਈਮ ਅੱਗੇ ਪਈ ਜਾਂਦੀ ਸੀਗੀ ਜਿੰਨਾ ਚਿਰ ਬਾਇਓਮੈਟ੍ਰਿਕਸ ਨਹੀਂ ਹੋਣਗੇ ਫਾਈਲ ਨਹੀਂ ਚੱਲੂਗੀ। ਹੁਣ ਬਾਇਓਮੈਟ੍ਰਿਕਸ ਚੱਕ ਤੇ ਤਾਂ ਛੇਤੀ ਪ੍ਰੋਸੈਸ ਹੋਣਗੀਆਂ ਤੇ ਹੁਣ ਜੇ ਜਲਦੀ ਪ੍ਰੋਸੈਸ ਹੋਣਗੇ 1-2 ਮਹੀਨੇ ਉਹ ਕੱਢ ਲਓ ਤੇ ਉਸ ਤੋਂ ਬਾਅਦ ਅੱਗੇ ਜਿੰਨੀ ਸਟੇ ਮਿਲਦੀ ਹੈ ਤਾਂ ਆਫੀਸਰ ਦੇ ਹੱਥ 'ਚ ਜੀ ਤਾਂ ਕਿ ਉਹਨੇ ਕਿੰਨੀ ਸਟੇ ਦੇਣੀ ਆ, ਹੋ ਸਕਦਾ 6 ਮਹੀਨੇ ਦੇ ਦੇਵੇ, ਹੋ ਸਕਦਾ ਸਾਲ ਦੇ ਦੇ। ਬਾਕੀ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਸਬਮਿਟ ਕਰਨੀ ਉਹਦੇ ਵਿੱਚ ਸਾਲ ਲਿਖ ਕੇ ਭੇਜ ਦਿਓ। ਜੀ ਨੈਵਰ ਨੋ ਜੇ ਉਹਨੇ ਸਾਲ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਹ ਸਮੇਂ ਤੋਂ ਪੇਰੈਂਟਸ ਸਪੈਸ਼ਲੀ ਪੇਰੈਂਟਸ ਜਿਹੜੇ 올ਡ ਏਜ ਨੇਗੇ ਉਹ ਟਰੈਵਲ ਨਹੀਂ ਕਰ ਸਕਦੇ, ਈਵਨ ਆਪਾਂ ਅਵੋਇਡ ਕਰਦੇ ਕਿਉਂਕਿ ਜਦੋਂ ਉਹਨਾਂ ਦੀ ਏਜ ਆਪਾਂ ਨੂੰ ਲੱਗਦਾ ਕਿ ਜੇ ਇਹਨਾਂ ਨੂੰ ਕੋਵਿਡ ਦਾ ਕੋਈ ਹੋ ਗਿਆ ਸਿੰਪਟਮ ਤਾਂ ਥੋੜਾ ਨੁਕਸਾਨ ਹੋ ਸਕਦਾ, ਠੀਕ ਹੈ ਜੀ। ਇਸ ਲਈ ਆਪਾਂ ਕਹਿੰਦੇ ਕਿ ਪੇਰੈਂਟਸ ਨਹੀਂ ਸਾਡੇ ਨਾਲ ਹੀ ਰਹਿਣ, ਤਾਂ ਇਸ ਲਈ ਤੁਸੀਂ ਉਹਨਾਂ ਦੀ ਐਕਸਟੈਂਸ਼ਨ ਅਪਲਾਈ ਕਰ ਦਿਓ ਤੇ ਜਦੋਂ ਤੁਹਾਡੀ ਐਕਸਟੈਂਸ਼ਨ ਪਾਏਗੀ ਚਾਹੇ ਉਹ ਸਾਲ ਬਾਅਦ ਆਵੇ ਚਾਹੇ 2 ਸਾਲ ਬਾਅਦ ਆਵੇ, ਸਾਲ ਤੱਕ ਚਲੇ ਜਾਵੇ ਚਾਹੇ ਉਹ 6 ਮਹੀਨੇ ਦੀ ਮਿਲ ਜਾਵੇ। ਉਹ ਤੋਂ ਬਾਅਦ ਜਦੋਂ ਮੈਂ ਲੈਟਸ ਸਪੋਜ਼ ਕਿ 6 ਮਹੀਨੇ ਦੀ ਮਿਲ ਗਈ ਸਟੇ, 6 ਮਹੀਨੇ ਬਾਅਦ ਤੁਸੀਂ ਦੇਖਿਆ ਕਿ ਹਾਲੇ ਫਿਰ ਨਹੀਂ ਹੋਇਆ ਸਿਨੈਰੀਓ, ਠੀਕ ਹੈ ਨਹੀਂ ਸੇਮ ਸਰਕਮਸਟੈਂਸਿਸ ਨੇ, ਤਾਂ ਤੁਸੀਂ ਉਹਨਾਂ ਦੀ ਫੇਰ ਦੁਬਾਰਾ ਐਕਸਟੈਂਸ਼ਨ ਕਰ ਦਿਓ, ਅੱਗੇ ਹੋਰ 6 ਮਹੀਨੇ ਲਈ ਕਹਿ ਦਿਓ ਮੰਗ ਲਓ। ਜੀ ਜੀ ਬਿਲਕੁਲ। ਤੇ ਨਾਲ ਇੱਕ ਹੋਰ ਕੁਐਸਚਨ ਹੈ ਕਿ ਜੇ ਕਿਸੇ ਦੀ ਫਾਈਲ ਮੰਨ ਲਓ ਰਿਜੈਕਟ ਹੋ ਜਾਂਦੀ ਹੈ, ਕਿਸੇ ਦਾ ਡਿਸੀਜਨ ਮੇਕ ਹੋ ਜਾਂਦਾ ਹੈ ਕਿ ਇਹ ਤੁਹਾਡੀ ਫਾਈਲ ਜਿਹੜੀ ਹੈ ਉਹ ਰਿਜੈਕਟ ਹੈਗੀ ਹੈ ਸਾਡੇ ਵੱਲੋਂ, ਸੋ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਜਿਹੜੀ ਰਿਜੈਕਸ਼ਨ ਹੈਗੀ ਉਹ ਪਰਮਾਨੈਂਟ ਸਮਝ ਲੈਣ ਕਿ ਅਸੀਂ ਹੁਣ ਜਾ ਹੀ ਨਹੀਂ ਸਕਦੇ, ਆਪਣੀਆਂ ਸਾਰੀਆਂ ਉਮੀਦਾਂ ਜਿਹੜੀਆਂ ਨੇ ਉਹ ਛੱਡ ਦੇਣ ਕਿ ਅਸੀਂ ਹੁਣ ਕੈਨੇਡਾ ਦੇ ਵਿੱਚ ਸੈਟਲ ਨਹੀਂ ਹੋ ਸਕਦੇ, ਜਾਂ ਜਿਹੜਾ ਰਿਜੈਕਟ ਜਿਨ੍ਹਾਂ ਦੀ ਹੋ ਰਹੀ ਹੈ ਫਾਈਲ ਉਹ ਦੁਬਾਰਾ ਆਪਣੀ ਫਾਈਲ ਨੂੰ ਲਗਾ ਸਕਦੇ ਆ? ਦੇਖੋ ਰਿਜੈਕਸ਼ਨ ਤਾਂ ਜੀ ਕਈ ਵਾਰ ਮੈਨੂੰ ਕੋਈ ਕੁਐਸਚਨ ਪੁੱਛਦੇ ਨੇ ਕਿ ਵੀ ਕਿੰਨੀਆਂ ਰਿਜੈਕਸ਼ਨ ਹੋ ਸਕਦੀਆਂ, ਰਿਜੈਕਸ਼ਨਾਂ ਦੀ ਕੋਈ ਲਿਮਿਟ ਤਾਂ ਹੈ ਨਹੀਂ ਜੀ। ਤੁਸੀਂ ਜਿੰਨੀ ਵਾਰ ਫਾਈਲ ਲਾਓਗੇ ਜੇ ਨਹੀਂ ਆਫੀਸਰ ਸੈਟੀਸਫਾਈਡ ਹੋਊਗਾ ਉਹ ਰਿਜੈਕਟ ਕਰ ਦੂਗਾ, ਚਾਹੇ ਉਹ 20 ਟਾਈਮ ਆ ਚਾਹੇ 30 ਟਾਈਮ ਆ ਚਾਹੇ 50 ਟਾਈਮ ਆ, ਡਜ਼ਨਟ ਮੈਟਰ। ਤੁਸੀਂ ਫਾਈਲ ਲਾ ਰਹੇ ਹੋ ਰਿਜੈਕਟ ਕਰ ਰਹੇ ਹੋ ਫਾਈਲ, ਹਾਂ ਅਗਰ ਤੁਸੀਂ ਕੋਈ ਫਾਈਲ ਦੇ ਵਿੱਚ ਕੋਈ ਮੇਜਰ ਮਿਸਟੇਕ ਕਰਦੇ ਹੋ, ਤੁਸੀਂ ਕੋਈ ਇਨਫੋਰਮੇਸ਼ਨ ਕੰਸੀਲ ਕਰਦੇ ਹੋ, ਨਹੀਂ ਦੇ ਰਹੇ ਪ੍ਰੋਪਰ ਇਨਫੋਰਮੇਸ਼ਨ, ਤਾਂ ਤੁਸੀਂ ਮਿਸਰੈਪ ਹੋ ਸਕਦੀ ਹੈ। ਉਹਦੇ ਵਿੱਚ ਤੁਸੀਂ 5 ਸਾਲ ਲਈ ਬੈਨ ਹੋ ਸਕਦੇ ਹੋ, ਅਪ ਟੂ 5 ਈਅਰ ਉਹਦੇ ਵਿੱਚ ਹੁੰਦਾ। ਤੇ ਜੇ ਤੁਸੀਂ 5 ਸਾਲ ਲਈ ਬੈਨ ਹੋ ਗਏ ਫਿਰ ਤੁਸੀਂ 5 ਸਾਲ ਤੱਕ ਨਹੀਂ ਫਾਈਲ ਲਾ ਸਕਦੇ। ਅਦਰਵਾਈਜ਼ ਕੋਈ ਇਧਰ ਹੀ ਕੋਈ ਲਿਮਿਟੇਸ਼ਨ ਕੋਈ ਉਹ ਨਹੀਂ ਹੈਗੀ, ਲਿਮਿਟ ਨਹੀਂ ਹੈਗੀ ਜੀ ਕੋਈ ਵੀ ਤੁਸੀਂ ਇੰਨੀ ਵਾਰੀ ਫਾਈਲ ਲਾ ਸਕਦੇ ਹੋ, ਜਿੰਨੀ ਵਾਰ ਮਰਜ਼ੀ ਲਾਈ। ਪਰਮਾਨੈਂਟ ਬੈਨ ਨਹੀਂ ਲੱਗਦਾ, ਪਰਮਾਨੈਂਟ ਬੈਨ ਨਹੀਂ। ਸੋ ਜੇ 5 ਸਾਲ ਦਾ ਮੰਨ ਲਓ ਕਿਸੇ ਨੂੰ ਬੈਨ ਲੱਗ ਜਾਂਦਾ ਤਾਂ ਉਸ ਤੋਂ ਬਾਅਦ 5 ਸਾਲ ਬਾਅਦ ਉਹ ਅਪਲਾਈ ਕਰ ਸਕਦਾ? ਹਾਂਜੀ, ਉਹ ਤੋਂ ਬਾਅਦ ਤੁਹਾਡਾ ਜਦੋਂ ਟਾਈਮ ਲੰਘ ਗਿਆ ਉਸ ਤੋਂ ਬਾਅਦ ਤੁਸੀਂ ਫਿਰ ਦੁਬਾਰਾ ਫਾਈਲ ਲਾ ਸਕਦੇ। ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਹੁਣ ਜਿਹੜੇ ਬੱਚੇ ਸਟੂਡੈਂਟ ਹੈਗੇ ਆ ਉਹਨਾਂ ਦਾ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ ਪਰ ਉਹ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਅਪਲਾਈ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਦੇ ਸਕੋਰ ਨਹੀਂ ਬਣ ਰਹੇ ਜਾਂ ਕੋਈ ਵੇ ਆਊਟ ਨਹੀਂ ਹੈਗਾ ਕਿ ਉਹ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਲਏ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਦੇਖੋ ਆਪਣੇ ਪਹਿਲਾਂ ਤਾਂ ਆਇਲਸ ਸਕੋਰ ਤੇ ਵਰਕ ਕਰੋ, ਸਭ ਤੋਂ ਵੱਡੀ ਗੱਲ ਇਹੀ ਹੈ ਕਿਉਂਕਿ ਸਭ ਨੂੰ ਪਤਾ ਕਿ 777 ਬੈਂਡ ਦੀ ਰਿਕੁਆਇਰਮੈਂਟ ਮਾਰਕੀਟ ਦੇ ਵਿੱਚ ਚੱਲ ਰਹੀ ਹੈ। ਜਿਨ੍ਹਾਂ ਦੇ 777 ਆਉਂਦੇ ਨੇ ਤਾਂ ਉਹਨਾਂ ਦੇ ਕੋਲੇ ਐਕਸਪੀਰੀਅੰਸ ਨੌਕ OAB ਦਾ ਹੈਗਾ ਵਾ, ਠੀਕ ਹੈ ਜੀ, ਉਹਨਾਂ ਦੀ ਕੁਆਲੀਫਿਕੇਸ਼ਨ ਵੀ ਵਧੀਆ, ਜਾਂ ਕਿਸੇ ਕੋਲੇ 2 ਡਿਗਰੀਜ਼ ਹੁੰਦੀ ਹੈ, ਕਿਸੇ ਕੋਲ ਮਾਸਟਰਸ ਹੈਗੀ ਹੈ, ਬੈਚਲਰਸ ਹੈਗੀ ਹੈ, ਉਹਨਾਂ ਦੇ ਤਾਂ ਸਕੋਰ ਬਣੀ ਜਾ ਰਹੇ ਨੇ। ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਥੋੜਾ ਜਿਹਾ ਕੰਮ ਕਰੋ ਆਪਣੇ ਆਇਲਸ ਦੇ ਉੱਤੇ, ਉਹਦੇ ਜੇ ਤੁਹਾਡਾ ਆਇਲਸ ਸਕੋਰ ਜਿੰਨਾ ਬੈਟਰ ਹੁੰਦਾ। ਬਾਕੀ PNP ਦੀ ਆਪਸ਼ਨਸ ਵੀ ਤੁਸੀਂ ਐਕਸਪਲੋਰ ਕਰ ਸਕਦੇ ਹੋ। ਤੁਸੀਂ ਕਿਸੇ ਪ੍ਰੋਵਿੰਸ ਦੀ ਕਿਸੇ ਵੀ ਜਿਹੜੀ ਵੀ ਪ੍ਰੋਵਿੰਸ ਤੋਂ ਤੁਸੀਂ ਬੈਠੇ ਹੋ, ਚਾਹੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਕਿਤੇ ਵੀ ਬੈਠੇ ਹੋ ਤੁਸੀਂ ਆਪਣੇ PNP ਦੇ ਦੇਖੋ ਰੂਲ, ਤੁਸੀਂ ਕੀ ਉਹਦੇ ਵਿੱਚ ਜੋ ਜੌਬ ਟਾਈਟਲ ਹੈਗੇ ਆ ਤੁਸੀਂ ਉਹਨੂੰ ਮੈਚ ਕਰਦੇ ਹੋ ਕਿ ਤੁਸੀਂ ਉਹ ਜੌਬ ਜਿਹੜੀ ਉਹ 'ਚ ਡਿਸਕ੍ਰਿਪਸ਼ਨ ਲਿਖੀ ਆ ਤੁਸੀਂ ਉਹ ਮੈਚ ਕਰਦੇ ਹੋ, ਠੀਕ ਹੈ ਜੀ, ਤੇ ਨਾਟ ਐਨ ਇਸ਼ੂ, ਤੁਸੀਂ ਕਰ ਸਕਦੇ ਹੋ। ਤੁਹਾਡਾ ਵਰਕ ਹਾਰਡ ਕਰਨਾ ਪੈਣਾ ਵਾ ਬਟ ਨਥਿੰਗ ਇਜ਼ ਹਾਰਡ, ਤੁਸੀਂ ਹੋ ਜਾਊਗਾ। ਤੇ ਲਾਸਟ ਦੇ ਉੱਤੇ ਜਿਹੜੇ ਹੁਣ EMPLOYER ਦੇ ਕੋਲ ਕੰਮ ਕਰ ਰਹੇ ਹੈਗੇ ਪਰ ਕੰਮ ਦੇ ਉੱਤੇ ਉਹਨੂੰ ਅਬਿਊਜ਼ ਕਰ ਰਿਹਾ ਹੈਗਾ EMPLOYER, ਪਰ ਡਰਦੇ ਕਈ ਵਾਰ ਕਹਿ ਦਿੰਦੇ, ਦੱਸਦੇ ਨਹੀਂ ਹੈ ਕਿ ਸਾਨੂੰ EMPLOYER ਅਬਿਊਜ਼ ਕਰ ਰਿਹਾ ਹੈਗਾ ਆ, ਸੋ ਉਹ ਕਹਿੰਦੇ ਆ ਕਿ ਸ਼ਾਇਦ ਸਾਨੂੰ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲੂਗੀ ਜਾਂ ਸਾਡੀ ਫਾਈਲ ਦੇ ਵਿੱਚ ਕੋਈ ਅੜਚਨ ਆ ਜਾਊਗੀ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ? ਤੁਸੀਂ ਵਲਨਰੇਬਲ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਉਹਦੇ ਵਿੱਚ ਇਹ ਹੁੰਦਾ ਕਿ ਗਵਰਨਮੈਂਟ ਨੇ ਪਿੱਛੇ ਇਸ਼ੂ ਗਾਈਡੈਂਸ ਉਹਨਾਂ ਨੇ ਕੱਢੀਆਂ ਸੀਗੀਆਂ, ਇੰਸਟਰਕਸ਼ਨਸ ਕੱਢੀਆਂ ਸੀਗੀਆਂ, ਉਹ ਕਹਿੰਦੇ ਸੀ ਕਿ ਜੇ ਤੁਹਾਨੂੰ ਕੋਈ ਵੀ ਅਬਿਊਜ਼ ਕਰਦਾ, ਤੁਹਾਨੂੰ ਕੋਈ ਵੇਜ ਨਹੀਂ ਦਿੰਦਾ ਜਾਂ ਤੁਸੀਂ ਤੁਹਾਨੂੰ ਕੋਈ ਅਬਿਊਜ਼ ਕਰ ਰਿਹਾ, ਤੁਸੀਂ ਮੰਦਾ ਬੋਲ ਰਿਹਾ ਜਾਂ ਕੁਝ ਵੀ ਕਹਿ ਰਿਹਾ, ਤਾਂ ਤੁਸੀਂ ਵਲਨਰੇਬਲ ਵਰਕ ਪਰਮਿਟ ਅਪਲਾਈ ਕਰ ਦਿਓ। ਹੁਣ ਉਹਦੇ ਵਿੱਚ ਕੀ ਹੋਇਆ, ਕਈ ਕੇਸਿਸ ਇਦਾਂ ਦੇ ਆਏ ਕਿ ਕਈ ਜਿਹੜੇ EMPLOYEE ਸੀਗੇ ਉਹਨਾਂ ਨੇ ਉਦਾਂ ਹੀ ਫਾਈਲ ਲਾ ਦਿੱਤੀ, ਕਿਸੇ ਨੇ ਕਹਿਤਾ ਕਿ ਤੁਹਾਨੂੰ ਓਪਨ ਵਰਕ ਪਰਮਿਟ ਮਿਲੂਗਾ ਜੀ, ਉਹਨਾਂ ਨੇ ਫਾਈਲ ਸਬਮਿਟ ਕਰਤੀ, ਉਹ ਅੱਗੇ ਜਾ ਕੇ ਰਿਜੈਕਟ ਹੋ ਗਈ ਕਿਉਂਕਿ ਤੁਹਾਡੇ ਉਹਨਾਂ ਕੋਲ ਪ੍ਰੂਫ ਹੀ ਹੈ ਨਹੀਂ ਸੀਗੇ ਕਿ ਉਹਨਾਂ ਨੇ ਤੁਹਾਨੂੰ ਅਬਿਊਜ਼ ਕੀਤਾ। ਕੋਈ ਅਬਿਊਜ਼ ਕੀਤਾ ਤਾਂ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਹਾਂਜੀ ਉਹਨਾਂ ਨੇ ਮੇਰੇ ਤੋਂ ਪੈਸੇ ਲਏ ਆ ਜਾਂ ਉਹਨਾਂ ਨੇ ਮੈਨੂੰ
ਮਾੜੀ ਸ਼ਬਦਾਵਲੀ ਕਹੀ ਆ ਜਾਂ ਮੈਨੂੰ ਕੋਈ ਭੇਦਭਾਵ ਵਾਲੀ ਕੋਈ ਟਿੱਪਣੀ ਕੀਤੀ ਆ, ਰਾਈਟ, ਜਾਂ ਮੈਨੂੰ ਵਰਕਿੰਗ ਆਵਰ ਨਹੀਂ ਪ੍ਰੋਪਰ ਦੇ ਰਹੇ ਜਾਂ ਮੇਰੀ ਵੇਜ ਚੋਂ ਕੁਝ ਕੱਟ ਰਹੇ ਆ, ਤੁਹਾਡੇ ਕੋਲ ਪ੍ਰੂਫ ਤਾਂ ਹੋਣਾ ਚਾਹੀਦਾ ਨਾ। ਬਿਨਾਂ ਪ੍ਰੂਫ ਤੋਂ ਤੁਸੀਂ ਕਿਸੇ ਤੇ ਐਲੀਗੇਸ਼ਨ ਨਹੀਂ ਲਾ ਸਕਦੇ। ਦੈਟਸ ਅ ਥਿੰਗ। ਜੇ ਤੁਸੀਂ ਉਹ ਪ੍ਰੂਫ ਕਰ ਦਿੰਦੇ ਹੋ ਤਾਂ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ। ਜੀ ਜੀ ਬਿਲਕੁਲ। ਸੋ ਆਪਣੇ ਕੋਲੇ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਜਿਹੜਾ ਹੈਗਾ ਉਹ ਬਿਲਕੁਲ ਸਮਾਪਤ ਹੋਣ ਵਾਲਾ ਹੈਗਾ ਹੈ, ਪਰ ਅਸੀਂ ਟਰਾਈ ਕਰਾਂਗੇ ਕਿ ਸਾਡੇ ਕੋਲ ਜਿਹੜੇ ਹੋਰ ਕੁਐਸਚਨ ਹੈਗੇ ਆ ਉਹ ਅਸੀਂ ਤੁਹਾਡੇ ਤੋਂ ਉਹਨਾਂ ਦੇ ਆਨਸਰ ਲੈਣ ਦੀ ਕੋਸ਼ਿਸ਼ ਕਰੀਏ ਨੈਕਸਟ ਪ੍ਰੋਗਰਾਮ ਦੇ ਵਿੱਚ। ਪਰ ਕੀ ਕਹਿਣਾ ਚਾਹੁੰਦੇ ਆ ਵੀਅਰਸ ਨੂੰ? ਬਸ ਮੈਂ ਤਾਂ ਇਹ ਕਹੂੰਗਾ ਕਿ ਇੱਕ ਤਾਂ ਆਪਣੀ ਫਾਈਲ ਜਿਹੜੀ ਹੈ ਤੁਸੀਂ ਹਮੇਸ਼ਾ ਆਪਣੇ IRCC ਅਪਰੂਵਡ ਕੰਸਲਟੈਂਟ ਜਿਹੜੇ ਨੇ ਉਹਨਾਂ ਤੋਂ ਹੀ ਤੁਸੀਂ ਆਪਣੀ ਫਾਈਲ ਲਵਾਓ, ਤੇ ਜਿਹੜੇ ਗੋਸਟ ਕੰਸਲਟੈਂਟ ਆ ਉਹਨਾਂ ਕੋਲੇ ਨਾ ਜਾਓ, ਕਿਉਂਕਿ ਉਹਨਾਂ ਕੋਲੇ ਸਮ ਟਾਈਮ ਤੁਹਾਡੀ ਫਾਈਲ ਉਹ ਗਲਤ ਵੀ ਸਬਮਿਟ ਕਰ ਦਿੰਦੇ ਆ, ਮਿਸ ਰੈਪ ਦੇ ਚਾਂਸਸ ਬਣਦੇ ਨੇਗੇ। ਤੇ ਸਟੇ ਸੇਫ, ਸਟੇ ਹੋਮ, ਸਟੇ ਹੈਲਦੀ। ਦੈਟਸ ਬਿਲਕੁਲ। ਅੱਜ ਕੱਲ ਤਾਂ ਇਹੀ ਹੈਗਾ ਕਿ ਸਟੇ ਹੈਲਦੀ, ਸਟੇ ਸੇਫ, ਤੇ ਜਿਹੜੀ ਹੈਗੀ IRCC ਅਪਰੂਵਡ ਤੁਸੀਂ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾ ਕੇ ਤੁਸੀਂ ਇਵਨ ICCRC ਜਿਹੜੇ IRCC ਵੀ ਇਹੀ ਕਹਿੰਦਾ ਕਿ ਜਿਹੜੇ ਤੁਹਾਡੇ IRCC ਜਿਹੜੇ ਤੁਹਾਡੇ ਕੰਸਲਟੈਂਟ ਨੇ ਜਿਹੜੇ ਅਪਰੂਵਡ ਨੇ, ICCRC ਜਿਹੜੇ ਅਪਰੂਵਡ ਕੰਸਲਟੈਂਟ, ਤੁਸੀਂ ਉਹਨਾਂ ਤੋਂ ਹੀ ਫਾਈਲ ਲਵਾਈ ਹੈ। ਜੀ ਬਿਲਕੁਲ। ਸੋ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਨੋ ਵਰੀਜ਼। The way to go, the complete immigration solution program ਦੇ ਵਿੱਚ ਅੱਜ ਗੱਲਬਾਤ ਹੋਈ ਹੈਰੀ ਇਮੀਗ੍ਰੇਸ਼ਨ ਤੋਂ ਹੈਰੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੀ ਕੁਝ ਅਪਡੇਟਸ ਆਈਆਂ ਨੇ। COVID-19 ਆਫ ਕੋਰਸ ਪੈਂਡੈਮਿਕ ਦੇ ਕਰਕੇ ਬਹੁਤ ਸਾਰੀਆਂ ਚੇਂਜਸ ਦਿਨੋਂ ਦਿਨ ਆ ਰਹੀਆਂ ਨੇ, ਚਾਹੇ ਉਹ ਵੀਜ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਉਹ ਸਟੂਡੈਂਟ ਵੀਜ਼ਾ ਹੈ, ਚਾਹੇ ਉਹ ਵਿਜ਼ਿਟਰ ਵੀਜ਼ਾ ਹੈ। ਸੋ ਤੁਸੀਂ ਹਮੇਸ਼ਾ ICCRC ਅਪਰੂਵਡ ਜਿਹੜੇ ਹੈ ਉਹਨਾਂ ਦੇ ਕੋਲ ਤੁਸੀਂ ਜਾ ਸਕਦੇ ਆ ਕੰਸਲਟੈਂਟ, ਤੇ ਜੇ ਤੁਹਾਨੂੰ ਕੋਈ ਵੀ ਸਲਾਹ ਦੀ ਲੋੜ ਹੈਗੀ ਹੈ ਤਾਂ ਆਫ ਕੋਰਸ ਹੈਰੀ ਇਮੀਗ੍ਰੇਸ਼ਨ ਹੈ ਤੁਹਾਡੀ ਸੇਵਾ ਦੇ ਵਿੱਚ। ਤੇ ਤੁਸੀਂ ਇਹਨਾਂ ਦੇ ਲਈ ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਜਿਹੜੀ ਸਕਰੀਨ ਦੇ ਉੱਤੇ ਸਾਡੇ ਨੰਬਰ ਵੀ ਆ ਰਹੇ ਨੇ ਤੇ ਨਾਲ ਸਾਡੀ ਈਮੇਲ ਵੀ ਆ ਰਹੀ ਹੈ, ਸੋ ਤੁਸੀਂ ਕੁਐਸਚਨ ਉੱਥੇ ਭੇਜ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।